ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਲੈ ਕੇ ਆਏ ਜੀ ਅੱਜ ਤੁਹਾਡੇ ਲਈ ਇੱਕ ਨਵੀਂ ਹੋਰ ਕਹਾਣੀ। ਮੇਰਾ ਨਾਮ ਮੀਨਾ ਹੈ, ਮੈਂ ਪੰਜਾਬ ਦੀ ਰਹਿਣ ਵਾਲੀ ਹਾਂ। ਮੇਰੀ ਇਹ ਕਹਾਣੀ ਮੇਰੇ ਸਹੁਰੇ ਘਰ ਵਿੱਚ ਹੋ ਰਹੇ ਮੇਰੇ ਤੇ ਜ਼ੁਲਮ ਨੂੰ ਬਿਆਨ ਕਰੇਗੀ। ਪ੍ਰਮਾਤਮਾ ਇਹੋ ਜਿਹਾ ਸਹੁਰਾ ਕਿਸੇ ਨੂੰ ਨਾ ਦੇਵੇ ਜਿਵੇਂ ਮੇਰਾ ਸਹੁਰਾ ਸੀ। ਮੈਂ ਉਹਨਾਂ ਦੀ ਵਿਧਵਾ ਨੌਂ ਸੀ। ਮੇਰੇ ਉੱਤੇ 5 ਸਾਲ ਜ਼ੁਲਮ ਹੁੰਦਾ ਰਿਹਾ। ਘਰ ਵਿੱਚ ਮੌਜੂਦ ਪਰਿਵਾਰ ਦੇ ਸਾਰੇ ਮੈਂਬਰ ਮੇਰੇ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਮੇਰੇ ਵਿਧਵਾ ਹੋ ਜਾਣ ਤੋਂ ਬਾਅਦ ਮੇਰੇ ਸਹੁਰੇ ਘਰ ਵਿੱਚ ਇਹੀ ਗੱਲ ਹੋ ਰਹੀ ਸੀ ਕਿ ਮੈਂ ਹੁਣ ਪੇਕੇ ਰਹਾਂਗੀ ਜਾਂ ਸਹੁਰੇ। ਪਰ ਮੇਰੀ ਭਾਬੀ ਨਹੀਂ ਸੀ ਚਾਹੁੰਦੀ ਕਿ ਮੈਂ ਉਹਨਾਂ ਕੋਲ ਜਾ ਕੇ ਆਪਣੇ ਪੇਕੇ ਘਰ ਰਹਾਂ। ਮੇਰੀ ਭਾਬੀ ਤਾਂ ਇੱਕ ਗੱਲ ਹੀ ਕਹਿ ਰਹੀ ਸੀ ਕਿ ਇਹ ਆਪਣੇ ਪੇਕੇ ਘਰ ਨਹੀਂ ਰਹਿ ਸਕਦੀ, ਕਿਉਂਕਿ ਮੇਰੇ ਭਰਾ ਦੀ ਤਨਖਾਹ ਬਹੁਤ ਘੱਟ ਸੀ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਮਸਾਂ ਹੀ ਹੁੰਦਾ ਸੀ, ਕਿਉਂਕਿ ਮੇਰੇ 2 ਬੱਚੇ ਵੀ ਸਨ ਤੇ ਉਹ ਸਾਡਾ ਤਿੰਨਾਂ ਦਾ ਬੋਝ ਚੁੱਕਣ ਤੋਂ ਡਰਦੀ ਸੀ। ਮੇਰਾ ਭਰਾ ਵੀ ਮੇਰੇ ਸਹੁਰੇ ਨੂੰ ਇਹੀ ਗੱਲ ਕਹਿ ਰਿਹਾ ਸੀ ਕਿ ਤੁਸੀਂ ਮੀਨਾ ਨੂੰ ਇੱਥੇ ਹੀ ਰੱਖੋ, ਕਿਉਂਕਿ ਉਹਦਾ ਵੀ ਇਸ ਘਰ ਤੇ ਹੱਕ ਹੈ। ਮੇਰੀ ਮਾਂ ਚੁੱਪ ਬੈਠੀ ਸਭ ਦੀਆਂ ਗੱਲਾਂ ਸੁਣ ਰਹੀ ਸੀ, ਕਿਉਂਕਿ ਉਹ ਵੀ ਮੇਰੇ ਭਰਾ ਤੇ ਭਾਬੀ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਜਿਉ ਰਹੀ ਸੀ। ਉਹ ਕਿਸੇ ਨੂੰ ਕੁਝ ਵੀ ਨਹੀਂ ਸੀ ਕਹਿ ਸਕਦੀ। ਮੇਰੀ ਮਾਂ ਤਾਂ ਬਸ ਨੀਵੀਂ ਪਾ ਕੇ ਚੁੱਪਚਾਪ ਸਭ ਦੀਆਂ ਸੁਣ ਰਹੀ ਸੀ ਤੇ ਉਹ ਕੁਝ ਵੀ ਨਾ ਬੋਲ ਸਕਦੀ ਸੀ, ਕਿਉਂਕਿ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਕਿਸੇ ਦੀ ਗੱਲ ਨੂੰ ਟੋਕ ਕੇ ਆਪਣੀ ਗੱਲ ਦੱਸ ਸਕੇ। ਮੇਰੇ ਪਤੀ ਦਾ ਨਾਮ ਮਨੋਜ ਸੀ। ਉਹਨਾਂ ਦੇ ਜਾਣ ਤੋਂ ਬਾਅਦ ਮੇਰੀ ਤਾਂ ਦੁਨੀਆ ਹੀ ਉਜੜ ਗਈ। ਮੈਨੂੰ ਤਾਂ ਕੋਈ ਯਾਦ ਚੇਤੇ ਵੀ ਨਹੀਂ ਸੀ ਕਿ ਮੇਰਾ ਪਤੀ ਮਨੋਜ ਮੈਨੂੰ ਇਸ ਤਰ੍ਹਾਂ ਇਕੱਲੀ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਜਾਣਗੇ। ਮੈਂ ਤਾਂ ਹੁਣ ਇਕੱਲੀ ਰਹਿ ਗਈ ਸੀ ਤੇ ਉਹ ਮੇਰੇ ਨਾਲ ਮੇਰੇ 2 ਬੱਚਿਆਂ ਨੂੰ ਵੀ ਯਤੀਮ ਕਰ ਗਏ ਸਨ। ਮਨੋਜ ਨਾਲ ਮੇਰਾ ਵਿਆਹ ਮੇਰੀ ਪਸੰਦ ਨਾਲ ਨਹੀਂ ਸੀ ਹੋਇਆ, ਕਿਉਂਕਿ ਸਾਡਾ ਵਿਆਹ ਮਾਪਿਆਂ ਦੀ ਮਰਜ਼ੀ ਨਾਲ ਹੀ ਹੋਇਆ ਸੀ। ਪਰ ਸਾਡਾ ਦੋਹਾਂ ਦਾ ਰਿਸ਼ਤਾ ਬਹੁਤ ਪਿਆਰ ਵਾਲਾ ਸੀ। ਅਸੀਂ ਇੱਕ ਦੂਜੇ ਤੋਂ ਬਿਨਾਂ ਇੱਕ ਪਲ ਵੀ ਨਹੀਂ ਸੀ ਰਹਿ ਸਕਦੇ। ਮੈਂ ਵੀ ਵਿਆਹ ਤੋਂ ਪਹਿਲਾਂ ਕਿਸੇ ਵੀ ਮਰਦ ਨਾਲ ਕੋਈ ਵੀ ਸੰਬੰਧ ਨਹੀਂ ਸੀ ਬਣਾਇਆ ਤੇ ਨਾ ਹੀ ਮੈਂ ਕਿਸੇ ਨੂੰ ਪਸੰਦ ਕਰਦੀ ਸੀ। ਮੇਰੇ ਪਤੀ ਮਨੋਜ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੇ ਪਹਿਲੇ ਸ਼ਖਸ ਸਨ ਤੇ ਮੈਂ ਉਹਨਾਂ ਨੂੰ ਆਪਣੀ ਜਿੰਦ ਜਾਨ ਤੋਂ ਵੱਧ ਪਿਆਰ ਕਰਦੀ ਸੀ। ਤੇ ਵਿਆਹ ਤੋਂ ਬਾਅਦ ਜਦੋਂ ਸਾਡੇ 2 ਬੱਚੇ ਹੋ ਗਏ ਤਾਂ ਸਾਡੀ ਖੁਸ਼ੀਆਂ ਪੂਰੀਆਂ ਹੋ ਚੁੱਕੀਆਂ ਸਨ। ਇਹ ਬੱਚੇ ਸਾਡੇ ਦੋਹਾਂ ਦੇ ਪਿਆਰ ਦੀ ਨਿਸ਼ਾਨੀ ਸਨ ਤੇ ਸਾਡੀ ਜ਼ਿੰਦਗੀ ਵਧੀਆ ਖੁਸ਼ੀ ਚੱਲ ਰਹੀ ਸੀ। ਸਹੁਰੇ ਘਰ ਵਿੱਚ ਮੈਨੂੰ ਵੀ ਕਿਸੇ ਚੀਜ਼ ਦੀ ਕੋਈ ਕਮੀ ਪਰੇਸ਼ਾਨੀ ਨਹੀਂ ਸੀ। ਸੱਸ ਤਾਂ ਮੇਰੀ ਪਹਿਲਾਂ ਹੀ ਨਹੀਂ ਸੀ, ਕਿਉਂਕਿ ਉਹਨਾਂ ਦੀ ਮੌਤ ਮੇਰੇ ਵਿਆਹ ਤੋਂ ਪਹਿਲਾਂ ਹੋ ਚੁੱਕੀ ਸੀ। ਮਨੋਜ ਸਿਰਫ 2 ਭੈਣ ਭਰਾ ਸਨ। ਮਨੋਜ ਦੇ ਸਿਰਫ ਇੱਕ ਹੀ ਭੈਣ ਸੀ। ਮਨੋਜ ਦੀ ਭੈਣ ਦਾ ਵੀ ਵਿਆਹ ਹੋ ਗਿਆ ਸੀ। ਮਨੋਜ ਦੀ ਭੈਣ ਸਾਡੇ ਤੋਂ ਬਹੁਤ ਦੂਰ ਵਿਆਹੀ ਹੋਈ ਸੀ, ਜਿਸ ਕਰਕੇ ਦੂਰ ਹੋਣ ਕਰਕੇ ਉਹ ਸਿਰਫ ਸਾਲ ਵਿੱਚ ਇੱਕ ਵਾਰ ਹੀ ਸਾਡੇ ਘਰ ਆਉਂਦੀ ਸੀ। ਘਰ ਵਿੱਚ ਮੇਰਾ ਪਤੀ ਤੇ ਮੇਰੇ 2 ਬੱਚੇ ਤੇ ਮੇਰਾ ਸਹੁਰਾ ਹੀ ਸਨ। ਕੁਝ ਦਿਨਾਂ ਤੋਂ ਹੀ ਮੇਰੇ ਪਤੀ ਮਨੋਜ ਨੂੰ ਦਫ਼ਤਰ ਵੱਲੋਂ ਕੁਝ ਪਰੇਸ਼ਾਨੀਆਂ ਚੱਲ ਰਹੀਆਂ ਸਨ। ਇਸ ਕਰਕੇ ਕੰਮ ਦੀ ਵਜ੍ਹਾ ਕਾਰਨ ਉਹ ਬਹੁਤ ਹੀ ਜ਼ਿਆਦਾ ਉਦਾਸ ਰਹਿੰਦੇ ਸਨ, ਕਿਉਂਕਿ ਉਹਨਾਂ ਦੀ ਕੰਪਨੀ ਬਹੁਤ ਘਾਟੇ ਵੱਲ ਚੱਲ ਰਹੀ ਸੀ ਤੇ ਕਾਫੀ ਵਰਕਰਾਂ ਨੂੰ ਉਹਨਾਂ ਨੇ ਕੰਪਨੀ ਵਿੱਚੋਂ ਕੱਢ ਵੀ ਦਿੱਤਾ ਸੀ। ਮਨੋਜ ਵੀ ਉਸ ਵਜ੍ਹਾ ਕਰਕੇ ਬਹੁਤ ਹੀ ਦੁਖੀ ਸੀ ਤੇ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਸਨ। ਜੇ ਕੰਪਨੀ ਨੇ ਉਸ ਨੂੰ ਵੀ ਕੱਢ ਦਿੱਤਾ ਤਾਂ ਉਹ ਕੀ ਕੰਮ ਕਰੇਗਾ ਤੇ ਦੂਸਰੀ ਨੌਕਰੀ ਲੱਭਣੀ ਇੰਨੀ ਜ਼ਿਆਦਾ ਸੌਖੀ ਨਹੀਂ ਸੀ, ਕਿਉਂਕਿ ਚੰਗੀ ਕੰਪਨੀ ਵਿੱਚ ਨੌਕਰੀ ਮਿਲਣਾ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬਹੁਤ ਜ਼ਿਆਦਾ ਔਖਾ ਸੀ। ਮੇਰਾ ਪਤੀ ਮਨੋਜ ਦਿਮਾਗੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ, ਕਿਉਂਕਿ ਉਹ ਡਿਪਰੈਸ਼ਨ ਵਿੱਚ ਰਹਿੰਦੇ ਸਨ ਤੇ ਮੈਂ ਉਹਨਾਂ ਨੂੰ ਤਸੱਲੀ ਦਿੰਦੀ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ, ਤੁਸੀਂ ਫਿਕਰ ਨਾ ਕਰੋ, ਪਰਮਾਤਮਾ ਆਪਣੇ ਲਈ ਚੰਗਾ ਹੀ ਕਰਨਗੇ, ਤੁਸੀਂ ਪਰਮਾਤਮਾ ਤੇ ਭਰੋਸਾ ਰੱਖੋ। ਉਹ ਮੈਨੂੰ ਕਹਿਣ ਲੱਗੇ ਕਿ ਨੌਕਰੀ ਹੀ ਮੈਨੂੰ ਤਾਂ ਮਸਾਂ ਮਿਲੀ ਸੀ, ਕਿਉਂਕਿ ਕਾਫੀ ਧੱਕੇ ਖਾਣ ਤੋਂ ਬਾਅਦ ਇਹ ਨੌਕਰੀ ਮੈਂ ਬਹੁਤ ਹੀ ਜਹਿਦ ਕਰਕੇ ਲਈ ਸੀ। ਹੌਲੀ ਹੌਲੀ ਉਹਨਾਂ ਦੀ ਇਹ ਦਿਮਾਗੀ ਪਰੇਸ਼ਾਨੀ ਉਹਨਾਂ ਦੇ ਲਈ ਇੱਕ ਬਿਮਾਰੀ ਬਣ ਗਈ ਤੇ ਉਹਨਾਂ ਨੇ ਆਪਣੇ ਆਪ ਨੂੰ ਇੱਕ ਅਜਿਹਾ ਰੋਗ ਲਾ ਲਿਆ ਤੇ ਉਹ ਦਿਮਾਗੀ ਪਰੇਸ਼ਾਨੀ ਕਰਕੇ ਡਿਪਰੈਸ਼ਨ ਵਿੱਚ ਚਲੇ ਗਏ। ਇੱਕ ਦਿਨ ਕੰਪਨੀ ਵੱਲੋਂ ਮੈਨੂੰ ਫੋਨ ਆਇਆ ਤੇ ਜਿਸ ਨੂੰ ਸੁਣ ਕੇ ਮੇਰੀ ਦੁਨੀਆ ਉਜੜ ਹੀ ਗਈ। ਜਦੋਂ ਮੈਂ ਸੁਣਿਆ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੂੰ ਵੀ ਕੰਪਨੀ ਨੇ ਕੱਢ ਦਿੱਤਾ। ਫਿਰ ਜਦੋਂ ਮੇਰੇ ਪਤੀ ਨੂੰ ਵੀ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਦੇ ਖੱਬੇ ਪਾਸੇ ਛਾਤੀ ਵਿੱਚ ਬਹੁਤ ਤੇਜ਼ ਦਰਦ ਹੋਇਆ। ਦਰਦ ਇੰਨਾ ਜ਼ਿਆਦਾ ਭਿਆਨਕ ਸੀ ਕਿ ਉਹ ਬੇਹੋਸ਼ ਹੋ ਗਿਆ।
ਤੇ ਨਾਲ ਦੀ ਨਾਲ ਹੀ ਅਸੀਂ ਉਹਨਾਂ ਨੂੰ ਡਾਕਟਰ ਕੋਲ ਲੈ ਗਏ। ਜਦੋਂ ਡਾਕਟਰ ਕੋਲ ਲੈ ਕੇ ਗਏ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਹਾਰਟ ਅਟੈਕ ਆਇਆ ਹੈ ਤੇ ਉਹ ਅਟੈਕ ਉਹਨਾਂ ਦੀ ਜਾਨ ਲੈ ਗਿਆ। ਮੇਰੇ ਬੱਚੇ ਹਜੇ ਬਹੁਤ ਜ਼ਿਆਦਾ ਛੋਟੇ ਸਨ ਕਿਉਂਕਿ ਉਹ ਹਜੇ ਸਕੂਲ ਨਹੀਂ ਸੀ ਜਾਣ ਲੱਗੇ। ਮੇਰਾ ਛੋਟਾ ਬੇਟਾ 1.5 ਸਾਲ ਦਾ ਸੀ ਤੇ ਵੱਡਾ ਬੇਟਾ 2.5 ਸਾਲਾਂ ਦਾ ਸੀ। ਮੇਰੇ ਉੱਤੇ ਤਾਂ ਪਰੇਸ਼ਾਨੀਆਂ ਦੇ ਪਹਾੜ ਟੁੱਟ ਪਏ। ਐਡੀ ਵੱਡੀ ਜ਼ਿੰਦਗੀ ਮੇਰੇ ਸਾਹਮਣੇ ਇੱਕ ਪਹਾੜ ਵਾਂਗ ਖੜੀ ਸੀ। ਮੇਰੇ ਭਰਾ ਦੀਆਂ ਗੱਲਾਂ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਮੈਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਕੋਲ ਨਹੀਂ ਸੀ ਰੱਖਣਾ ਚਾਹੁੰਦੇ। ਮੇਰੇ ਸਹੁਰੇ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਸੀ, ਮਨੋਜ ਦੇ ਜਾਣ ਤੋਂ ਬਾਅਦ ਮੀਨਾ ਕਿਤੇ ਨਹੀਂ ਜਾਵੇਗੀ, ਇਹ ਇਸ ਦਾ ਘਰ ਹੈ ਤੇ ਇਹ ਇੱਥੇ ਹੀ ਰਹੇਗੀ ਤੇ ਇਸ ਘਰ ਦੇ ਵਿੱਚ ਇਸ ਦਾ ਪੂਰਾ ਹੱਕ ਹੈ। ਮੇਰਾ ਭਰਾ ਤੇ ਮੇਰੀ ਭਾਬੀ ਇਹ ਗੱਲ ਸੁਣ ਕੇ ਖੁਸ਼ ਹੋ ਗਏ ਤੇ ਮੇਰੇ ਸਹੁਰੇ ਨੂੰ ਕਹਿਣ ਲੱਗੀ ਕਿ ਤੁਸੀਂ ਤਾਂ ਬਹੁਤ ਵੱਡੇ ਦਿਲ ਵਾਲੇ ਹੋ ਜੋ ਸਾਡੀ ਭੈਣ ਤੇ ਉਹਨਾਂ ਦੇ 2 ਮਾਸੂਮ ਬੱਚਿਆਂ ਦਾ ਇੰਨਾ ਖਿਆਲ ਰੱਖਦੇ ਹੋ। ਮੇਰਾ ਸਹੁਰਾ ਆਰਮੀ 'ਚ ਰਿਟਾਇਰ ਸੀ। ਰਿਟਾਇਰ ਹੋਣ ਤੋਂ ਬਾਅਦ ਉਹ ਆਜ਼ਾਦੀ ਦੀ ਜ਼ਿੰਦਗੀ ਜਿਉ ਰਹੇ ਸਨ ਤੇ ਉਹਨਾਂ ਨੂੰ ਪੈਨਸ਼ਨ ਮਿਲ ਰਹੀ ਸੀ। ਉਹਨਾਂ ਦੀ ਪੈਨਸ਼ਨ ਇੰਨੀ ਕੁ ਸੀ ਕਿ ਉਹ ਆਪਣੇ ਨਾਲ 3 ਜਾਣਿਆਂ ਨੂੰ ਹੋਰ ਵੀ ਪਾਲ ਸਕਦੇ ਸਨ। ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਪਰ ਉਹ ਸਿਰੇ ਦੇ ਕੰਜੂਸ ਆਦਮੀ ਸੀ ਤੇ ਉਹ ਆਪਣੀ ਸਾਰੀ ਪੈਨਸ਼ਨ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦੇ ਸਨ। ਸਾਨੂੰ 1 ਪੈਸਾ ਤੱਕ ਨਹੀਂ ਸੀ ਦਿੰਦੇ। ਮਨੋਜ ਪਹਿਲਾਂ ਵੀ ਉਹ ਆਪਣੀਆਂ ਬਿਮਾਰੀਆਂ ਦੀ ਵਜ੍ਹਾ ਨਾਲ ਕਾਫੀ ਪਰੇਸ਼ਾਨ ਰਹਿੰਦੇ ਸਨ, ਪਰ ਬਿਮਾਰ ਹੋਣ ਦੇ ਬਾਵਜੂਦ ਵੀ ਬੇਟੇ ਦੇ ਬਿਮਾਰ ਹੋਣ ਦੇ ਬਾਵਜੂਦ ਵੀ ਮੇਰੇ ਸਹੁਰੇ ਨੇ ਕਦੇ ਵੀ ਆਪਣੇ ਪੁੱਤ ਤੇ ਤਰਸ ਨਹੀਂ ਸੀ ਆਇਆ ਤੇ ਉਹ ਪੂਰੇ ਰੋਹਬ ਨਾਲ ਇਹੀ ਕਹਿੰਦੇ ਸਨ ਕਿ ਆਪਣੀ ਪਤਨੀ ਤੇ ਆਪਣੇ ਬੱਚਿਆਂ ਦਾ ਖਰਚਾ ਤੈਨੂੰ ਹੀ ਚੁੱਕਣਾ ਪਵੇਗਾ ਤੇ ਇਹ ਤੇਰੀ ਹੀ ਜ਼ਿੰਮੇਵਾਰੀ ਹੈ, ਇਸ ਕਰਕੇ ਆਪਣਾ ਖਰਚਾ ਖੁਦ ਹੀ ਦੇਖਿਆ ਕਰ। ਮੈਨੂੰ ਉਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਬਹੁਤ ਗੁੱਸਾ ਆਉਂਦਾ ਸੀ ਤੇ ਉਹ ਸਾਡੇ ਨਾਲ ਹੀ ਰਹਿੰਦੇ ਸਨ ਤੇ ਸਾਰਾ ਦਿਨ ਉਹਨਾਂ ਦੇ ਖਾਣ ਪੀਣ ਤੇ ਉਹਨਾਂ ਦੀ ਸਾਂਭ ਸੰਭਾਲ ਕਰਨਾ ਸਾਨੂੰ ਹੀ ਫਿਕਰ ਸੀ। ਪਰ ਉਹ ਬਹੁਤ ਹੀ ਜ਼ਿਆਦਾ ਰੋਹਬ ਵਾਲੇ ਇਨਸਾਨ ਸਨ। ਮਨੋਜ ਅਤੇ ਮੇਰੇ ਬੱਚੇ ਅਸੀਂ ਸਾਰੇ ਉੱਪਰ ਵਾਲੀ ਮੰਜ਼ਿਲ ਵਿੱਚ ਰਹਿੰਦੇ ਸਨ ਤੇ ਮੇਰਾ ਸਹੁਰਾ ਥੱਲੇ ਰਹਿੰਦੇ ਸਨ ਤੇ ਉਹ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਰਹਿੰਦੇ ਸਨ। ਮੈਂ 3 ਟਾਈਮ ਦਾ ਖਾਣਾ ਉਹਨਾਂ ਦੇ ਕਮਰੇ ਵਿੱਚ ਹੀ ਫੜਾਉਂਦੀ ਸੀ ਤੇ ਚਾਹ ਵੀ ਮੈਂ ਉਹਨਾਂ ਦੇ ਕਮਰੇ ਵਿੱਚ ਹੀ ਦੇ ਕੇ ਆਉਂਦੀ ਸੀ। ਕਦੇ ਕਦੇ ਮੈਂ ਤੰਗ ਆ ਕੇ ਗੁੱਸੇ ਵਿੱਚ ਆਪਣੇ ਪਤੀ ਨੂੰ ਇਹੀ ਕਹਿੰਦੀ ਸੀ ਕਿ ਆਪਾਂ ਪਾਪਾ ਦੀ ਇੰਨੀ ਸੇਵਾ ਕਰਦੇ ਆ, ਪਰ ਫਿਰ ਵੀ ਉਹ ਆਪਾਂ ਨੂੰ 1 ਰੁਪਈਆ ਤੱਕ ਨਹੀਂ ਦਿੰਦੇ। ਜਦੋਂ ਮੈਂ ਆਪਣੇ ਪਤੀ ਨੂੰ ਇਹ ਗੱਲ ਕਹੀ ਤਾਂ ਉਹ ਕਹਿਣ ਲੱਗੇ ਕਿ ਤੂੰ ਘਬਰਾਈ ਹੋਈ ਕਿਉਂ ਹੈ, ਆਖਿਰ ਪਾਪਾ ਨੇ ਇਹ ਪੈਸੇ ਕਿੱਥੇ ਲੈ ਕੇ ਜਾਣੇ ਨੇ, ਇਹ ਆਪਣੇ ਹੀ ਕੰਮ ਆਉਣਗੇ ਤੇ ਆਪਣੇ ਲਈ ਉਹ ਜੋੜ ਰਹੇ ਨੇ, ਉਹ ਪਾਪਾ ਨੂੰ ਆਪਣੇ ਹੱਥਾਂ ਨਾਲ ਨਹੀਂ ਦੇ ਸਕਦੇ। ਮੇਰੇ ਪਤੀ ਵੀ ਜਾਣਦੇ ਸਨ ਕਿ ਉਹ ਆਪਣੇ ਹੱਥਾਂ ਨਾਲ 1 ਰੁਪਈਆ ਵੀ ਸਾਡੇ ਉੱਪਰ ਖਰਚ ਨਹੀਂ ਸੀ ਕਰ ਸਕਦੇ। ਜਦੋਂ ਮੇਰੇ ਪਤੀ ਮੈਨੂੰ ਇਸ ਤਰ੍ਹਾਂ ਕਹਿੰਦੇ ਤਾਂ ਮੈਂ ਚੁੱਪ ਹੋ ਜਾਂਦੀ ਤੇ ਮੈਂ ਸੋਚਦੀ ਕਿ ਸ਼ਾਇਦ ਮਨੋਜ ਸਹੀ ਹੀ ਕਹਿੰਦੇ ਨੇ ਤੇ ਮੈਂ ਉਹਨਾਂ ਦੀਆਂ ਗੱਲਾਂ ਮੈਨੂੰ ਸੱਚ ਲੱਗਦੀਆਂ। ਪਰ ਹੁਣ ਮਨੋਜ ਦੇ ਜਾਣ ਤੋਂ ਬਾਅਦ ਮੇਰਾ ਸਹੁਰਾ ਸਾਨੂੰ ਉੱਪਰ ਵਾਲੀ ਮੰਜ਼ਿਲ ਦੇਣ ਨੂੰ ਤਿਆਰ ਸੀ। ਉਹਨਾਂ ਦੀ ਗੱਲ ਸੁਣ ਕੇ ਮੇਰੀ ਮਾਂ ਤਾਂ ਵਿਚਾਰੀ ਕੁਝ ਵੀ ਨਾ ਬੋਲੀ। ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਮੇਰਾ ਭਰਾ ਤੇ ਭਰਜਾਈ ਦੋਨੇ ਖੁਸ਼ ਹੋ ਗਏ ਕਿਉਂਕਿ ਮੇਰੀ ਭਾਬੀ ਨਹੀਂ ਚਾਹੁੰਦੀ ਸੀ ਕਿ ਵਿਧਵਾ ਨਨਾਣ ਉਹਨਾਂ ਦੇ ਘਰ ਆ ਕੇ ਰਹੇ, ਜਦੋਂ ਕਿ ਮੇਰੇ ਸਹੁਰੇ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੀਨਾ ਹੁਣ ਇਸ ਘਰ ਵਿੱਚ ਹੀ ਰਹੇਗੀ ਤੇ ਇਹ ਸਾਰੇ ਉੱਪਰ ਵਾਲੀ ਮੰਜ਼ਿਲ ਤੇ ਹੀ ਰਹਿਣਗੇ। ਇਹ ਸੁਣ ਕੇ ਤਾਂ ਉਹਨਾਂ ਦੇ ਸਿਰ ਤੋਂ ਬਲਾ ਟਲ ਗਈ। ਮੈਂ ਵੀ ਹੁਣ ਇਹੀ ਸੋਚ ਰਹੀ ਸੀ ਕਿ ਮੇਰਾ ਹੁਣ ਸਹੁਰੇ ਦੇ ਨਾਲ ਪਹਿਲਾਂ ਵਰਗਾ ਰਿਸ਼ਤਾ ਨਹੀਂ ਰਿਹਾ। ਮਨੋਜ ਦੇ ਜਾਂਦੇ ਹੀ ਮੇਰਾ ਰਿਸ਼ਤਾ ਆਪਣੇ ਸਹੁਰੇ ਨਾਲ ਵੀ ਰਿਸ਼ਤਾ ਖਤਮ ਹੋ ਚੁੱਕਾ ਸੀ, ਪਰ ਉਹ ਰਿਸ਼ਤੇ ਵਜੋਂ ਮੇਰੇ ਬੱਚਿਆਂ ਦੇ ਦਾਦਾ ਵੀ ਸਨ। ਮੇਰੀ ਮਾਂ ਨੇ ਕਿਸੇ ਨੂੰ ਕੁਝ ਵੀ ਨਾ ਕਿਹਾ ਕਿਉਂਕਿ ਮੈਂ ਵੀ ਆਪਣੀ ਮਾਂ ਦੀ ਚੁੱਪ ਨੂੰ ਚੰਗੀ ਤਰ੍ਹਾਂ ਸਮਝਦੀ ਸੀ। ਉਹ ਮੇਰੇ ਭਰਾ ਤੇ ਭਾਬੀ ਨੂੰ ਕੁਝ ਵੀ ਨਾ ਬੋਲੀ। ਹਜੇ ਮੇਰੇ ਪਤੀ ਨੂੰ ਮਰੇ ਨੂੰ ਕੁਝ ਟਾਈਮ ਹੀ ਹੋਇਆ ਸੀ ਤੇ ਮੈਂ ਤਾਂ ਹਜੇ ਬਾਹਰ ਵੀ ਨਹੀਂ ਸੀ ਜਾ ਸਕਦੀ ਤੇ ਨਾ ਹੀ ਮੈਂ ਕਿਸੇ ਪਰਾਏ ਮਰਦ ਦੇ ਸਾਹਮਣੇ ਆਉਂਦੀ ਸੀ। ਇਸ ਕਰਕੇ ਜੋ ਵੀ ਉਹਨਾਂ ਨੇ ਫੈਸਲਾ ਕਰਿਆ ਮੈਂ ਚੁੱਪਚਾਪ ਸੁਣ ਰਹੀ ਸੀ। ਮੇਰੀ ਨਨਾਣ ਮਨੋਜ ਦੀ ਮੌਤ ਤੇ ਨਹੀਂ ਸੀ ਆ ਸਕੀ ਕਿਉਂਕਿ ਉਹ ਪ੍ਰੈਗਨੈਂਟ ਸੀ ਤੇ ਉਸਦੇ ਬੱਚਾ ਹੋਣ ਵਾਲਾ ਸੀ। ਡਾਕਟਰ ਨੇ ਕਿਹਾ ਸੀ ਕਿ ਡਿਲੀਵਰੀ ਕਿਸੇ ਟਾਈਮ ਵੀ ਹੋ ਸਕਦੀ ਆ ਕਿਉਂਕਿ ਉਸ ਨੂੰ 9ਵਾਂ ਮਹੀਨਾ ਲੱਗਾ ਹੋਇਆ ਸੀ। ਪਰ ਉਸ ਦਾ ਆਪਣੇ ਭਰਾ ਦੀ ਮੌਤ ਦਾ ਸੁਣ ਕੇ ਉਸ ਨੂੰ ਬਹੁਤ ਜ਼ਿਆਦਾ ਦੁੱਖ ਸੀ, ਦੁਖੀ ਸੀ ਤੇ ਕਹਿ ਰਹੀ ਸੀ ਕਿ ਮੈਂ ਤਾਂ ਜਾਂਦੀ ਵਾਰ ਵੀ ਆਪਣੇ ਭਰਾ ਦੀ ਰੂਹ ਨਾ ਦੇਖ ਸਕੀ। ਜਦੋਂ ਮੇਰਾ ਉੱਥੇ ਰਹਿਣ ਦਾ ਫੈਸਲਾ ਹੋ ਗਿਆ ਤਾਂ ਮੇਰਾ ਭਰਾ ਤੇ ਮੇਰੀ ਮਾਂ
ਮੇਰੇ ਸਿਰ ਤੇ ਹੱਥ ਰੱਖ ਕੇ ਬਸ ਚਲੇ ਗਏ ਤੇ ਜਾਂਦੇ ਜਾਂਦੇ ਇਹ ਕਹਿ ਗਏ ਕਿ ਜੇ ਤੈਨੂੰ ਕੋਈ ਪਰੇਸ਼ਾਨੀ ਹੋਈ ਤਾਂ ਸਾਨੂੰ ਦੱਸ ਦੇਵੀਂ। ਪਰ ਮੈਨੂੰ ਵੀ ਪਤਾ ਸੀ ਕਿ ਇਸ ਤੋਂ ਅੱਗੇ ਤਾਂ ਮੇਰੀ ਜ਼ਿੰਦਗੀ ਵਿੱਚ ਮੁਸ਼ਕਲਾਂ ਤੇ ਪਰੇਸ਼ਾਨੀਆਂ ਹੀ ਹੋਣਗੀਆਂ, ਕਿਉਂਕਿ ਪਹਿਲਾਂ ਮੈਂ ਆਪਣੀ ਮਾਂ ਦੀ ਜ਼ਿੰਦਗੀ ਨੂੰ ਦੇਖ ਚੁੱਕੀ ਸੀ। ਮੇਰਾ ਤਾਂ ਐਡੇ ਵੱਡੇ ਘਰ ਵਿੱਚ ਦਿਲ ਘਬਰਾਉਂਦਾ ਸੀ, ਕਿਉਂਕਿ ਮੈਂ ਇਹ ਇਕੱਲੀ ਐਡੇ ਵੱਡੇ ਘਰ ਵਿੱਚ ਕਿਵੇਂ ਰਹਿ ਸਕਦੀ ਸੀ। ਉੱਪਰੋਂ ਭਾਵੇਂ ਮੇਰਾ ਸਹੁਰਾ ਆਪਣੇ ਕਮਰੇ ਵਿੱਚ ਹੀ ਰਹਿੰਦਾ ਸੀ, ਪਰ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਸੀ, ਕਿਉਂਕਿ ਮੈਂ ਥੱਲੇ ਜਦੋਂ ਉਹਨਾਂ ਨੂੰ ਰੋਟੀ ਤੇ ਚਾਹ ਫੜਾਉਣ ਲਈ ਥੱਲੇ ਆਉਂਦੀ ਸੀ ਤਾਂ ਬਹੁਤ ਜ਼ਿਆਦਾ ਔਖਾ ਲੱਗਦਾ ਸੀ। ਕਦੇ ਕਦੇ ਮੇਰੇ ਬੱਚੇ ਵੀ ਖੇਡਣ ਲਈ ਥੱਲੇ ਆ ਜਾਂਦੇ ਸਨ, ਪਰ ਮੇਰੇ ਸਹੁਰੇ ਨੂੰ ਮੇਰੇ ਬੱਚਿਆਂ ਵਿੱਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਸੀ ਤੇ ਨਾ ਹੀ ਉਹ ਉਹਨਾਂ ਨੂੰ ਪਿਆਰ ਕਰਦੇ ਸਨ। ਜਦੋਂ ਮੇਰੇ ਬੱਚੇ ਥੱਲੇ ਖੇਡਦੇ ਤਾਂ ਉਹ ਛੇਤੀ ਹੀ ਉਹਨਾਂ ਨੂੰ ਕਹਿ ਦਿੰਦੇ ਕਿ ਤੁਸੀਂ ਆਪਣੀ ਮਾਂ ਦੇ ਕੋਲ ਜਾ ਕੇ ਖੇਡੋ। ਮੇਰੇ ਸਹੁਰੇ ਨੂੰ ਬੱਚਿਆਂ ਨਾਲ ਕੋਈ ਵੀ ਜ਼ਿਆਦਾ ਪਿਆਰ ਨਹੀਂ ਸੀ। ਮੇਰੇ ਪਤੀ ਮਨੋਜ ਵੀ ਇਹੀ ਕਹਿੰਦੇ ਆਰਮੀ ਦੀ ਜ਼ਿੰਦਗੀ ਜਿਉਂ ਕੇ ਆਏ ਹਨ, ਇਸ ਕਰਕੇ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਹੈ। ਕੋਈ ਗੱਲ ਨਹੀਂ, ਇਹ ਉਹਨਾਂ ਦਾ ਸੁਭਾਅ ਹੈ ਤੇ ਉਹ ਆਪਣੀ ਜ਼ਿੰਦਗੀ ਦੇ ਆਪ ਮਾਲਕ ਹਨ। ਪਰ ਮੈਂ ਹੁਣ ਇੱਕ ਛੋਟੀ ਤੋਂ ਛੋਟੀ ਜ਼ਰੂਰਤ ਲਈ ਵੀ ਆਪਣੇ ਸਹੁਰੇ ਦੀ ਮੁਹਤਾਜ ਹੋ ਚੁੱਕੀ ਸੀ। ਮੈਨੂੰ ਕੋਈ ਵੀ ਕੰਮ ਹੁੰਦਾ ਤਾਂ ਜਿਵੇਂ ਸਬਜ਼ੀ ਲਿਆਉਣਾ ਜਾਂ ਕੋਈ ਹੋਰ ਘਰ ਦੇ ਕੰਮ ਕਾਜ ਤਾਂ ਮੈਨੂੰ ਸਹੁਰੇ ਕੋਲ ਹੀ ਜਾਣਾ ਪੈਂਦਾ ਸੀ। ਹੁਣ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਨੂੰ ਸਹੁਰੇ ਦੇ ਨਾਲ ਹੀ ਜ਼ਿੰਦਗੀ ਗੁਜ਼ਾਰਨੀ ਪਵੇਗੀ ਤੇ ਮੈਨੂੰ ਆਪਣੇ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਇਕੱਲੀ ਨੂੰ ਹੀ ਚੁੱਕਣੀ ਪਵੇਗੀ। ਇਹੀ ਸੋਚ ਮੈਨੂੰ ਖਾਈ ਜਾ ਰਹੀ ਸੀ। ਫਿਰ ਮੈਂ ਆਪਣੇ ਕੰਮਾਂ ਵਿੱਚ ਲੱਗ ਗਈ ਤੇ ਕਿਚਨ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ, ਕਿਉਂਕਿ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਹੀ ਸਾਰੇ ਘਰ ਦਾ ਕੰਮ ਖਤਮ ਕਰ ਲਵਾਂ। ਮੈਂ ਜਲਦੀ ਜਲਦੀ ਖਾਣਾ ਬਣਾ ਕੇ ਰੱਖ ਲਿਆ। ਜਦੋਂ ਜਲਦੀ ਰੋਟੀ ਬਣਾਈ ਤੇ ਮੈਂ ਸੋਚਿਆ ਕਿ ਮੈਂ ਪਹਿਲਾਂ ਆਪਣੇ ਸਹੁਰੇ ਨੂੰ ਦੇ ਆਵਾਂਗੀ, ਕਿਉਂਕਿ ਪਹਿਲਾਂ ਦੀ ਗੱਲ ਤਾਂ ਹੋਰ ਸੀ। ਪਹਿਲਾਂ ਮੈਨੂੰ ਜ਼ਿਆਦਾ ਅਜੀਬ ਨਹੀਂ ਸੀ ਲੱਗਦਾ, ਪਰ ਹੁਣ ਮੈਨੂੰ ਸਹੁਰੇ ਦੇ ਕਮਰੇ ਵਿੱਚ ਜਾਣਾ ਬਹੁਤ ਹੀ ਜ਼ਿਆਦਾ ਅਜੀਬ ਲੱਗਦਾ ਸੀ। ਫਿਰ ਮੇਰੇ ਦਿਮਾਗ ਵਿੱਚ ਆਇਆ ਕਿ ਹੁਣ ਤਾਂ ਮੈਨੂੰ ਛੋਟੀ ਤੋਂ ਛੋਟੀ ਚੀਜ਼ ਦੇ ਲਈ ਵੀ ਆਪਣੇ ਸਹੁਰੇ ਦੇ ਅੱਗੇ ਹੱਥ ਅੱਡਣੇ ਹੀ ਪੈਣਗੇ ਤੇ ਉਹਨਾਂ ਨੂੰ ਉਹਨਾਂ ਦੀ ਰੋਟੀ ਫੜਾਉਣਾ ਤੇ ਹੋਰ ਵੀ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੁਣ ਮੇਰਾ ਹੀ ਫਰਜ਼ ਸੀ। ਇਹੀ ਸੋਚਦੀ ਨੇ ਮੈਂ ਇੱਕ ਟਰੇ ਵਿੱਚ ਸਾਰਾ ਖਾਣਾ ਰੱਖਿਆ ਤੇ ਆਪਣੇ ਸਹੁਰੇ ਦੇ ਕਮਰੇ ਵੱਲ ਤੁਰ ਪਈ। ਮੈਂ ਉਹਨਾਂ ਦੇ ਕਮਰੇ ਵਿੱਚ ਜਦੋਂ ਗਈ ਤਾਂ ਮੈਂ ਬੈੱਡ ਦੇ ਉੱਪਰ ਖਾਣਾ ਰੱਖ ਦਿੱਤਾ। ਮੇਰੇ ਸਹੁਰੇ ਦੇ ਕਮਰੇ ਦੇ ਨਾਲ ਬਣੇ ਬਾਥਰੂਮ ਵਿੱਚ ਪਾਣੀ ਚੱਲਣ ਦੀ ਆਵਾਜ਼ ਆ ਰਹੀ ਸੀ। ਮੈਨੂੰ ਲੱਗਿਆ ਸ਼ਾਇਦ ਉਹ ਨਹਾ ਰਹੇ ਸਨ ਤੇ ਉਹਨਾਂ ਨੂੰ ਟਾਈਮ ਲੱਗ ਜਾਵੇਗਾ। ਮੈਂ ਖਾਣੇ ਵਾਲੀ ਪਲੇਟ ਚੱਕ ਕੇ ਵਾਪਸ ਆਉਣ ਲੱਗੀ ਕਿ ਬਾਥਰੂਮ ਦੀ ਕੁੰਡੀ ਖੁੱਲਣ ਦੀ ਆਵਾਜ਼ ਆਈ। ਮੇਰਾ ਸਹੁਰਾ ਬਾਥਰੂਮ ਵਿੱਚੋਂ ਬਾਹਰ ਆਇਆ। ਉਹਨਾਂ ਦੇ ਸਿਰਫ ਪਜਾਮਾ ਹੀ ਪਾਇਆ ਹੋਇਆ ਸੀ ਤੇ ਬਾਕੀ ਸਰੀਰ ਦੇ ਕੱਪੜਾ ਕੋਈ ਨਹੀਂ ਸੀ। ਮੈਂ ਉਹਨਾਂ ਵੱਲ ਇੱਕ ਵਾਰ ਦੇਖ ਕੇ ਫਿਰ ਨੀਵੀਂ ਪਾ ਲਈ ਤੇ ਮੈਂ ਕਿਹਾ ਕਿ ਪਾਪਾ, ਮੈਂ ਤੁਹਾਡਾ ਖਾਣਾ ਲੈ ਕੇ ਆਈ ਸੀ। ਤੇ ਉਹ ਮੈਨੂੰ ਕਹਿਣ ਲੱਗੇ ਕਿ ਪਲੇਟ ਨੂੰ ਬੈੱਡ ਤੇ ਰੱਖ ਦੇ। ਮੈਂ ਪਲੇਟ ਰੱਖ ਕੇ ਵਾਪਸ ਮੁੜਨ ਹੀ ਲੱਗੀ ਸੀ ਕਿ ਮੇਰੇ ਪਿੱਛੇ ਖੜੇ ਸਹੁਰੇ ਆਪਣੇ ਸਹੁਰੇ ਨਾਲ ਹੀ ਟਕਰਾ ਗਏ। ਮੈਂ ਤਾਂ ਘਬਰਾ ਗਈ। ਜਦੋਂ ਮੈਂ ਆਪਣੇ ਸਹੁਰੇ ਦੇ ਨਾਲ ਇਸ ਤਰ੍ਹਾਂ ਟਕਰਾਈ ਤੇ ਮੈਂ ਉਹਨਾਂ ਤੋਂ ਮੁਆਫੀ ਮੰਗਣ ਲੱਗੀ ਤੇ ਉਹ ਮੈਨੂੰ ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਮੈਂ ਤਾਂ ਆਪਣੀ ਐਨਕ ਚੱਕਣ ਲੱਗਿਆ ਸੀ, ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਮੈਂ ਜਲਦੀ ਉਹਨਾਂ ਦੇ ਕਮਰੇ ਵਿੱਚੋਂ ਵਾਪਸ ਆ ਗਈ। ਜਦੋਂ ਮੈਂ ਆ ਕੇ ਬੱਚਿਆਂ ਨੂੰ ਖਾਣਾ ਖਵਾਇਆ ਤੇ ਆਪ ਖਾਣਾ ਖਾਧਾ ਤੇ ਉਸ ਤੋਂ ਬਾਅਦ ਮੈਨੂੰ ਯਾਦ ਆਇਆ ਕਿ ਰਸੋਈ ਦਾ ਸਾਰਾ ਰਾਸ਼ਨ ਖਤਮ ਹੋਇਆ ਤਾਂ ਪਾਪਾ ਗੁੱਸੇ ਹੋਣਗੇ ਕਿ ਤੂੰ ਮੈਨੂੰ ਰਾਸ਼ਨ ਖਤਮ ਹੋਣ ਤੇ ਹੀ ਦੱਸਿਆ, ਪਹਿਲਾਂ ਨਹੀਂ ਸੀ ਦੱਸ ਸਕਦੀ। ਮੈਂ ਸੋਚਿਆ ਕਿ ਮੈਂ ਹੁਣ ਜਾ ਕੇ ਉਹਨਾਂ ਨੂੰ ਰਾਸ਼ਨ ਬਾਰੇ ਵੀ ਦੱਸ ਆਵਾਂ। ਜਦੋਂ ਮੈਂ ਕਮਰੇ ਵਿੱਚ ਗਈ ਤਾਂ ਉਹ ਆਪਣੇ ਬੈੱਡ ਦੇ ਉੱਪਰ ਪਏ ਹੋਏ ਸਨ। ਮੈਂ ਉਹਨਾਂ ਨੂੰ ਕਿਹਾ ਕਿ ਪਾਪਾ, ਰਸੋਈ ਦਾ ਸਾਰਾ ਰਾਸ਼ਨ ਖਤਮ ਹੋ ਗਿਆ, ਤੁਸੀਂ ਕੱਲ ਸਾਰਾ ਰਾਸ਼ਨ ਮੰਗਵਾ ਦਿਓ। ਤੇ ਉਹ ਮੈਨੂੰ ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਕੱਲ ਨੂੰ ਮੈਂ ਸਾਰਾ ਰਾਸ਼ਨ ਲਿਆ ਦੇਵਾਂਗਾ, ਕਿਉਂਕਿ ਹੁਣ ਤੇਰੀ ਜ਼ਿੰਮੇਵਾਰੀ। ਜੇ ਤੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੂੰ ਮੈਨੂੰ ਬੇਝਿਜਕ ਹੋ ਕੇ ਦੱਸ ਦੇਵੀਂ। ਇਹ ਕਿਹਾ ਤਾਂ ਮੈਂ ਵਾਪਸ ਮੁੜਨ ਹੀ ਲੱਗੀ ਸੀ ਤਾਂ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਤੇ ਕਿਹਾ ਕਿ ਮੀਨਾ, ਕੁਝ ਟਾਈਮ ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ। ਜਦੋਂ ਇਸ ਤਰ੍ਹਾਂ ਕਿਹਾ ਤਾਂ ਮੈਂ ਘਬਰਾ ਗਈ। ਉਹਨਾਂ ਨੇ ਮੈਨੂੰ ਬੈਠਣ ਲਈ ਕਿਹਾ ਤਾਂ ਮੈਂ ਬੈੱਡ ਦੇ ਦੂਸਰੇ ਪਾਸੇ ਬੈਠ ਗਈ। ਉਹ ਮੈਨੂੰ ਕਹਿਣ ਲੱਗੇ ਕਿ ਮੀਨਾ, ਮਨੋਜ ਨੂੰ ਗਏ ਨੂੰ 1 ਮਹੀਨਾ ਹੋ ਗਿਆ, ਤੈਨੂੰ ਮਨੋਜ ਦੀ ਕਮੀ ਤਾਂ ਮਹਿਸੂਸ ਹੁੰਦੀ ਹੋਵੇਗੀ। ਜਦੋਂ ਉਹਨਾਂ ਨੇ ਇਸ ਤਰ੍ਹਾਂ ਕਿਹਾ ਤਾਂ ਮੈਨੂੰ ਬਹੁਤ ਜ਼ਿਆਦਾ ਅਜੀਬ ਲੱਗਿਆ, ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਮਨੋਜ ਦੀ ਕਮੀ ਤਾਂ ਮੈਨੂੰ ਸਾਰੀ ਜ਼ਿੰਦਗੀ ਹੀ ਰਹੇਗੀ, ਕਿਉਂਕਿ ਮੇਰੀ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਜਿਵੇਂ ਜ਼ਿੰਦਗੀ ਹੀ ਖਤਮ ਹੋ ਗਈ ਹੋਵੇ।
ਤੇ ਮੇਰਾ ਤਾਂ ਹੁਣ ਜਿਉਣ ਨੂੰ ਵੀ ਦਿਲ ਨਹੀਂ ਕਰਦਾ। ਸਿਰਫ ਇੱਕ ਬੱਚਿਆਂ ਦੇ ਕਰਕੇ ਹੀ ਮੈਂ ਜਿਉ ਰਹੀ ਹਾਂ। ਜਦੋਂ ਮੈਂ ਇਸ ਤਰ੍ਹਾਂ ਕਿਹਾ ਤਾਂ ਮੇਰਾ ਸਹੁਰਾ ਮੈਨੂੰ ਕਹਿਣ ਲੱਗਿਆ ਕਿ ਮੇਰੇ ਵੱਲ ਦੇਖ, ਮਨੋਜ ਦੀ ਮਾਂ ਨੂੰ ਗਿਆ ਨੂੰ ਕਿੰਨੇ ਸਾਲ ਹੋ ਗਏ। ਮੈਨੂੰ ਵੀ ਆਪਣੀ ਪਤਨੀ ਦੀ ਕਮੀ ਮਹਿਸੂਸ ਹੁੰਦੀ ਆ, ਪਰ ਫਿਰ ਵੀ ਮੈਂ ਹੌਸਲੇ ਨਾਲ ਰਹਿਣਾ। ਤੇ ਮੇਰੇ ਸਰੀਰ ਵੱਲ ਦੇਖ, ਮੈਂ ਅਜੇ ਤੱਕ ਵੀ ਫਿੱਟ ਹਾਂ। ਜਦੋਂ ਉਹਨਾਂ ਨੇ ਇਸ ਤਰੀਕੇ ਨਾਲ ਮੇਰੇ ਨਾਲ ਗੱਲ ਕਰੀ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਘਬਰਾਹਟ ਮਹਿਸੂਸ ਹੋਣ ਲੱਗੀ ਤੇ ਕਮਰੇ ਦਾ ਮਾਹੌਲ ਵੀ ਬਹੁਤ ਜ਼ਿਆਦਾ ਖਾਮੋਸ਼ ਜਿਹਾ ਹੋ ਗਿਆ। ਤੇ ਫਿਰ ਇੱਕਦਮ ਉਹਨਾਂ ਨੇ ਮੇਰੇ ਹੱਥ ਤੇ ਹੱਥ ਰੱਖ ਦਿੱਤਾ ਤੇ ਕਿਹਾ ਕਿ ਮੈਂ ਤੇਰੇ ਨਾਲ ਹਾਂ। ਤੈਨੂੰ ਕਿਸੇ ਵੀ ਚੀਜ਼ ਦੀ ਕਮੀ ਹੋਵੇਗੀ, ਕਿਸੇ ਦੀ ਚੀਜ਼ ਦੀ ਲੋੜ ਹੋਵੇਗੀ, ਮੈਂ ਤੇਰੀ ਹਰ ਜ਼ਰੂਰਤ ਪੂਰੀ ਕਰਾਂਗਾ। ਤਾਂ ਮੈਂ ਫਟਾਫਟ ਬੈੱਡ ਤੋਂ ਖੜੀ ਹੋ ਗਈ ਤੇ ਮੈਂ ਬਾਹਰ ਨੂੰ ਤੁਰ ਪਈ। ਪਰ ਉਹ ਜਿਸ ਤਰ੍ਹਾਂ ਮੇਰੇ ਵੱਲ ਦੇਖ ਰਹੇ ਸਨ, ਮੈਨੂੰ ਬਹੁਤ ਹੀ ਜ਼ਿਆਦਾ ਬੁਰਾ ਲੱਗਿਆ। ਉਹਨਾਂ ਦਾ ਦੇਖਣਾ ਤੇ ਗੱਲ ਕਰਨ ਦਾ ਤਰੀਕਾ ਅਜੀਬ ਕਿਸਮ ਦਾ ਸੀ। ਮੈਂ ਆਪਣੇ ਕਮਰੇ ਵਿੱਚ ਆ ਗਈ, ਪਰ ਮੈਨੂੰ ਮੇਰਾ ਦਿਲ ਹਜੇ ਵੀ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੈਂ ਜਲਦੀ ਆਪਣੇ ਹੱਥਾਂ ਨੂੰ ਵਾਸ਼ ਬੇਸਿਨ ਤੇ ਜਾ ਕੇ ਧੋਤੇ, ਕਿਉਂਕਿ ਮੈਨੂੰ ਹਜੇ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰਾ ਹੱਥ ਮੇਰੇ ਸਹੁਰੇ ਨੇ ਹੀ ਫੜਿਆ ਹੋਵੇ। ਮਨੋਜ ਦੇ ਜਾਣ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਕੋਈ ਵੀ ਮੇਰੀ ਖੁਆਇਸ਼ ਨਹੀਂ ਸੀ ਰਹੀ। ਮੈਂ ਤਾਂ ਹੁਣ ਸਾਰੀ ਜ਼ਿੰਦਗੀ ਉਹਨਾਂ ਦੇ ਨਾਮ ਤੇ ਹੀ ਗੁਜ਼ਾਰਨਾ ਚਾਹੁੰਦੀ ਸੀ। ਦੂਸਰੇ ਦਿਨ ਮੇਰੇ ਸਹੁਰੇ ਨੇ ਰਸੋਈ ਦਾ ਸਾਰਾ ਰਾਸ਼ਨ ਲਿਆ ਕੇ ਦੇ ਦਿੱਤਾ। ਬੇਸ਼ੱਕ ਪੈਸਿਆਂ ਦੀ ਉਹਨਾਂ ਕੋਲ ਕੋਈ ਕਮੀ ਨਹੀਂ ਸੀ। ਇੰਨੇ ਸਾਲਾਂ ਤੋਂ ਪੈਨਸ਼ਨ ਦੇ ਨਾਮ ਤੇ ਜਿਹੜੀ ਰਕਮ ਆ ਰਹੀ ਸੀ ਉਹ ਬੈਂਕ ਦੇ ਵਿੱਚ ਹੀ ਜਮ੍ਹਾਂ ਸੀ। ਪਰ ਅੱਜ ਮੇਰਾ ਸਹੁਰਾ ਬੱਚਿਆਂ ਦੇ ਲਈ ਵੀ ਬਹੁਤ ਸਾਰਾ ਸਮਾਨ ਤੇ ਉਹਨਾਂ ਦੇ ਲਈ ਖਿਡੌਣੇ ਲੈ ਕੇ ਆਇਆ, ਜਿਨ੍ਹਾਂ ਨੂੰ ਦੇਖ ਕੇ ਮੇਰੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਗਏ। ਫਿਰ ਮੈਂ ਆਪਣੇ ਦਿਮਾਗ ਨਾਲ ਵਿੱਚ ਸੋਚਣ ਲੱਗੀ ਕਿ ਮਨੋਜ ਦੇ ਜਿਉਂਦੇ ਤਾਂ ਪਾਪਾ ਨੇ ਇਸ ਤਰ੍ਹਾਂ ਕਦੇ ਵੀ ਬੱਚਿਆਂ ਨੂੰ ਕੁਝ ਨਹੀਂ ਸੀ ਲਿਆ ਕੇ ਦਿੱਤਾ। ਪਤਾ ਨਹੀਂ ਅੱਜ ਉਹ ਇਹ ਸਭ ਕੁਝ ਕਿਸ ਕਰਕੇ ਕਰ ਰਹੇ ਨੇ ਕਿ ਅੱਜ ਬੱਚੇ ਯਤੀਮ ਹਨ। ਫਿਰ ਮੈਂ ਸਾਰਾ ਸਮਾਨ ਕਿਚਨ ਦੇ ਵਿੱਚ ਆਪੋ ਆਪਣੀ ਥਾਂ ਤੇ ਰੱਖ ਦਿੱਤਾ। ਇੱਕ ਦਿਨ ਦੀ ਗੱਲ ਆ, ਜਦੋਂ ਮੈਂ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਬੱਚਿਆਂ ਨੂੰ ਖਾਣਾ ਖਵਾਉਣ ਤੋਂ ਬਾਅਦ ਆਪ ਨਹਾਉਣ ਲਈ ਬਾਥਰੂਮ ਵਿੱਚ ਚਲੀ ਗਈ। ਪਰ ਜਦੋਂ ਮੈਂ ਨਹਾ ਕੇ ਬਾਹਰ ਨਿਕਲੀ ਤਾਂ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਖੜਾ ਸੀ। ਉਹਨਾਂ ਨੂੰ ਇਸ ਤਰ੍ਹਾਂ ਮੇਰੇ ਕਮਰੇ ਵਿੱਚ ਦੇਖ ਕੇ ਮੈਂ ਤਾਂ ਘਬਰਾ ਗਈ। ਮੇਰੇ ਕੋਲ ਤਾਂ ਮੇਰਾ ਦੁਪੱਟਾ ਵੀ ਨਹੀਂ ਸੀ ਤੇ ਮੇਰੇ ਗਿੱਲੇ ਵਾਲ ਵੀ ਖੁੱਲੇ ਹੋਏ ਸਨ। ਮੇਰੇ ਵਾਲਾਂ ਦਾ ਪਾਣੀ ਮੇਰੇ ਸਾਰੇ ਕੱਪੜਿਆਂ ਨੂੰ ਗਿੱਲਾ ਕਰ ਚੁੱਕਾ ਸੀ। ਮੈਂ ਆਪਣੇ ਸਹੁਰੇ ਨੂੰ ਆਪਣੇ ਸਾਹਮਣੇ ਦੇਖ ਕੇ ਸ਼ਰਮ ਨਾਲ ਪਾਣੀ ਹੋ ਗਈ। ਫਿਰ ਮੈਂ ਇੱਕਦਮ ਕਿਹਾ ਕਿ ਪਾਪਾ ਤੁਹਾਨੂੰ ਕੋਈ ਕੰਮ ਸੀ? ਪਰ ਮੇਰੇ ਸਹੁਰੇ ਦੀਆਂ ਨਜ਼ਰਾਂ ਮੇਰੇ ਸਰੀਰ ਤੋਂ ਹਟ ਨਹੀਂ ਸੀ ਰਹੀਆਂ। ਉਹਨਾਂ ਦੀਆਂ ਨਜ਼ਰਾਂ ਤੋਂ ਇੱਕ ਅਜੀਬ ਜਿਹੀ ਪਿਆਸ ਦਿਖ ਰਹੀ ਸੀ ਤੇ ਉਹ ਮੇਰੇ ਨਾਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖ ਕੇ ਮੈਨੂੰ ਕਹਿਣ ਲੱਗੇ ਕਿ ਅੱਜ ਮੈਨੂੰ ਤਾਂ ਬਹੁਤ ਹੀ ਇਕੱਲਾਪਣ ਮਹਿਸੂਸ ਹੋ ਰਿਹਾ ਸੀ। ਇਸ ਲਈ ਮੈਂ ਸੋਚਿਆ ਕਿ ਮੈਂ ਤੁਹਾਡੇ ਕੋਲ ਬੱਚਿਆਂ ਕੋਲ ਆ ਕੇ ਆਪਣੇ ਦਿਲ ਦੀ ਗੱਲ ਕਰਾਂ। ਤੇ ਮੈਂ ਸਹੁਰੇ ਦੀ ਗੱਲ ਸੁਣ ਕੇ ਨੀਵੀਂ ਪਾ ਕੇ ਕਿਹਾ, ਠੀਕ ਹੈ, ਜੇਕਰ ਤੁਹਾਨੂੰ ਕੋਈ ਵੀ ਪਰੇਸ਼ਾਨੀ ਆ ਤਾਂ ਤੁਸੀਂ ਦੱਸ ਸਕਦੇ ਹੋ। ਉਹ ਮੇਰੇ ਬੈੱਡ ਦੇ ਉੱਪਰ ਆ ਕੇ ਬੈਠ ਗਏ ਤੇ ਕਹਿਣ ਲੱਗੇ, ਤਾਂ ਮੈਂ ਕਿਹਾ ਕਿ ਬੱਚਿਆਂ ਨਾਲ ਕੁਝ ਟਾਈਮ ਗੱਲਾਂ ਕਰਕੇ ਮਨ ਹਲਕਾ ਹੋ ਜਾਵੇਗਾ ਤਾਂ ਇਹ ਮੇਰਾ ਮੂਡ ਠੀਕ ਹੋ ਜਾਵੇਗਾ। ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਪਾਪਾ, ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਵਾਂ। ਤਾਂ ਉਹ ਮੈਨੂੰ ਕਹਿਣ ਲੱਗੇ ਕਿ ਚਾਹ ਦੀ ਕੋਈ ਲੋੜ ਨਹੀਂ, ਤੂੰ ਮੇਰੇ ਨਾਲ ਦੂਸਰੇ ਕਮਰੇ ਵਿੱਚ ਬੈਠ ਕੇ ਗੱਲਾਂ ਕਰ। ਮੈਂ ਡਰ ਗਈ ਤੇ ਮੈਂ ਆਪਣੇ ਸਹੁਰੇ ਦੇ ਮਗਰ ਦੂਸਰੇ ਕਮਰੇ ਵੱਲ ਤੁਰ ਪਈ। ਬੱਚੇ ਸੌਂ ਗਏ ਸਨ। ਮੇਰਾ ਸਹੁਰਾ ਕਹਿੰਦਾ ਕਿ ਇੱਥੇ ਤਾਂ ਬੱਚੇ ਜਾਗ ਜਾਣਗੇ ਤੇ ਉਹਨਾਂ ਦੀ ਕੱਚੀ ਨੀਂਦ ਉੱਠ ਜਾਣਗੀ। ਮੈਂ ਸਿਰਫ ਹਾਂ ਵਿੱਚ ਹੀ ਸਿਰ ਹਿਲਾਇਆ, ਕਿਉਂਕਿ ਮੈਂ ਹੋਰ ਅੱਗੇ ਕੁਝ ਵੀ ਨਾ ਬੋਲ ਸਕੀ। ਮੈਂ ਆਪਣੇ ਸਹੁਰੇ ਦੇ ਮਗਰ ਦੂਸਰੇ ਕਮਰੇ ਵੱਲ ਤੁਰ ਪਈ। ਮੈਂ ਜਲਦੀ ਆਪਣੇ ਉੱਪਰ ਦੁਪੱਟਾ ਲਿਆ ਤੇ ਆਪਣੇ ਸਹੁਰੇ ਦੇ ਮਗਰ ਦੂਜੇ ਕਮਰੇ ਵੱਲ ਤੁਰ ਪਈ। ਦੂਸਰੇ ਕਮਰੇ ਵਿੱਚ ਇੱਕ ਸਿੰਗਲ ਬੈੱਡ ਹੀ ਸੀ, ਹੋਰ ਕੋਈ ਵੀ ਚੀਜ਼ ਨਹੀਂ ਸੀ ਬੈਠਣ ਲਈ। ਮੈਂ ਬੈੱਡ ਤੇ ਬੈਠ ਗਈ ਤਾਂ ਮੇਰਾ ਸਹੁਰਾ ਵੀ ਮੇਰੇ ਬਰਾਬਰ ਹੀ ਆ ਕੇ ਬੈਠ ਗਿਆ ਤੇ ਮੈਂ ਖੜੀ ਹੋ ਗਈ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਇੱਥੇ ਹੀ ਬੈਠ ਜਾ। ਪਰ ਮੈਨੂੰ ਉਸ ਬੈੱਡ ਤੇ ਬੈਠਣਾ ਬਹੁਤ ਹੀ ਅਜੀਬ ਲੱਗ ਰਿਹਾ ਸੀ। ਮੇਰਾ ਸਹੁਰਾ ਫਿਰ ਰੋਣ ਲੱਗਿਆ ਤੇ ਕਹਿਣ ਲੱਗਿਆ ਕਿ ਮੇਰੇ ਸਾਰੇ ਮੁਹੱਲੇ ਵਿੱਚ ਬਹੁਤ ਇੱਜ਼ਤ ਹੈ ਤੇ ਅੱਜ ਮੈਨੂੰ ਤੁਹਾਡੀ ਮਾਂ ਦੀ ਬਹੁਤ ਯਾਦ ਆ ਰਹੀ ਹੈ। ਮੈਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਸੀ। ਜਦੋਂ ਤੁਹਾਡੀ ਮਾਂ ਹੁੰਦੀ ਸੀ ਤਾਂ ਉਸਨੇ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਹੋਣ ਦਿੱਤੀ। ਮੈਂ ਇਹ ਚਾਹੁੰਦਾ ਹਾਂ ਕਿ ਉਹਦੀ ਕਮੀ ਹੁਣ ਤੂੰ ਪੂਰੀ ਕਰ ਦੇ। ਤੇ ਉਹ ਇੰਨਾ ਕਹਿ ਕੇ ਉਹਨਾਂ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਹਿਣ ਲੱਗੇ ਕਿ ਦੇਖ, ਇਸ ਸ਼ਹਿਰ ਤੇ ਮੁਹੱਲੇ ਵਿੱਚ ਮੇਰੀ ਬਹੁਤ ਜ਼ਿਆਦਾ ਇੱਜ਼ਤ ਬਣੀ ਹੋਈ ਹੈ।
ਸਾਰੇ ਲੋਕ ਮੈਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਹੀ ਦੇਖਦੇ ਹਨ। ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਕੋਈ ਮੇਰੇ ਬਾਰੇ ਇਹ ਕਹੇ ਕਿ ਮੈਂ ਆਪਣੀ ਜਵਾਨ ਨੌਂ ਨੂੰ ਆਪਣੇ ਨਾਲ ਰੱਖਿਆ। ਇਸ ਕਰਕੇ ਤੂੰ ਕਿਸੇ ਦੇ ਸਾਹਮਣੇ ਵੀ ਘਰ ਦੀ ਕੋਈ ਗੱਲ ਨਹੀਂ ਕਰੇਂਗੀ ਤੇ ਘਰ ਵਿੱਚ ਆਂਢ ਗੁਆਂਢ ਦੀਆਂ ਔਰਤਾਂ ਨੂੰ ਤੂੰ ਨਾ ਹੀ ਬੁਲਾਵੇਂਗੀ ਤੇ ਨਾ ਹੀ ਉਹਨਾਂ ਦੇ ਘਰ ਜਾਵੇਂਗੀ, ਕਿਉਂਕਿ ਮੈਨੂੰ ਘਰ ਵਿੱਚ ਕਿਸੇ ਵੀ ਹੋਰ ਔਰਤ ਦਾ ਆਉਣਾ ਚੰਗਾ ਨਹੀਂ ਲੱਗਦਾ। ਮੈਂ ਤਾਂ ਉਹਨਾਂ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਤੇ ਉਹਨਾਂ ਦਾ ਅਚਾਨਕ ਇਸ ਤਰ੍ਹਾਂ ਮੇਰਾ ਹੱਥ ਫੜਨਾ ਤਾਂ ਮੈਨੂੰ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਘਬਰਾ ਗਈ। ਮੈਂ ਬਸ ਉਹਨਾਂ ਦੇ ਹੱਥ ਵਿੱਚੋਂ ਆਪਣਾ ਹੱਥ ਛੁਡਾਇਆ ਤੇ ਕਿਹਾ ਕਿ ਪਾਪਾ ਤੁਸੀਂ ਫਿਕਰ ਨਾ ਕਰੋ, ਮੈਂ ਨਾ ਤਾਂ ਕਿਸੇ ਦੇ ਘਰ ਜਾਵਾਂਗੀ ਤੇ ਨਾ ਹੀ ਕਿਸੇ ਆਂਢ ਗੁਆਂਢ ਦੇ ਨਾਲ ਦੀਆਂ ਔਰਤਾਂ ਨੂੰ ਆਪਣੇ ਘਰ ਵਿੱਚ ਕਦੇ ਬੁਲਾਵਾਂਗੀ। ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਹੀ ਕਰਾਂਗੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਦੇ ਵੀ ਆਪਣੇ ਘਰ ਦੀ ਗੱਲ ਬਾਹਰ ਕਿਸੇ ਕੋਲ ਨਹੀਂ ਕਰਾਂਗੀ, ਕਿਉਂਕਿ ਤੁਸੀਂ ਤਾਂ ਮੇਰੇ ਬੱਚਿਆਂ ਦਾ ਤੇ ਮੇਰੀ ਜ਼ਿੰਮੇਵਾਰੀ ਚੁੱਕੀ ਆ। ਇਸ ਕਰਕੇ ਮੈਂ ਤੁਹਾਡੇ ਕਹੇ ਮੁਤਾਬਕ ਹੀ ਚੱਲਾਂਗੀ। ਪਰ ਉਹ ਮੇਰੇ ਸਰੀਰ ਨੂੰ ਇੱਕ ਪੂਰੀ ਭੁੱਖੀ ਨਿਗਾਹ ਨਾਲ ਦੇਖ ਰਹੇ ਸਨ। ਮੇਰਾ ਦਿਲ ਅੰਦਰੋਂ ਅੰਦਰ ਬਹੁਤ ਡਰ ਰਿਹਾ ਸੀ ਕਿ ਮੇਰੇ ਨਾਲ ਅੱਜ ਪਤਾ ਨਹੀਂ ਕੀ ਹੋਵੇਗਾ, ਕਿਉਂਕਿ ਉਹਨਾਂ ਦੀ ਨਿਗਾਹ ਅੱਜ ਕੁਝ ਬਦਲੀ ਜਿਹੀ ਲੱਗ ਰਹੀ ਸੀ। ਪਰ ਇਸ ਤਰ੍ਹਾਂ ਮੇਰੇ ਸਹੁਰੇ ਦਾ ਮੇਰੇ ਨੇੜੇ ਹੋਣਾ ਮੈਨੂੰ ਬਹੁਤ ਹੀ ਜ਼ਿਆਦਾ ਘਬਰਾਹਟ ਮਹਿਸੂਸ ਹੋ ਰਹੀ ਸੀ ਤੇ ਬਹੁਤ ਹੀ ਜ਼ਿਆਦਾ ਡਰ ਲੱਗ ਰਿਹਾ ਸੀ। ਤੇ ਫਿਰ ਉਹ ਕਹਿਣ ਲੱਗਿਆ ਕਿ ਹੁਣ ਤਾਂ ਤੂੰ ਹੀ ਮੇਰਾ ਸਹਾਰਾ ਹੈ, ਮੈਂ ਤੁਹਾਡੇ ਸਿਰ ਤੇ ਹੀ ਜ਼ਿੰਦਗੀ ਕੱਟਾਂਗਾ। ਪਰ ਇਸ ਤਰ੍ਹਾਂ ਸਹੁਰੇ ਦਾ ਮੇਰੇ ਨੇੜੇ ਹੋਣਾ ਮੈਨੂੰ ਤੇ ਬਹੁਤ ਹੀ ਜ਼ਿਆਦਾ ਡਰ ਲੱਗ ਰਿਹਾ ਸੀ ਤੇ ਮੈਂ ਚੁੱਪਚਾਪ ਸਹਿਮੀ ਜੀ ਉਹਨਾਂ ਦੇ ਸਾਹਮਣੇ ਬੈਠੀ ਹੋਈ ਸੀ। ਮੈਂ ਹੋਰ ਕਰ ਵੀ ਕੀ ਸਕਦੀ ਸੀ? ਮੇਰੇ ਭਰਾ ਨੇ ਤਾਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਸੀ। ਹੁਣ ਮੈਂ ਜਾਂਦੇ ਵੀ ਤਾਂ ਕਿੱਧਰ ਜਾਂਦੀ, ਕਿਉਂਕਿ ਮੈਂ ਤਾਂ ਮਜਬੂਰ ਸੀ ਤੇ ਜੋ ਕੁਝ ਵੀ ਮੇਰਾ ਸਹੁਰਾ ਕਹਿ ਰਿਹਾ ਸੀ ਮੈਨੂੰ ਉਹ ਮੰਨਣਾ ਹੀ ਪੈਣਾ ਸੀ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਤੇ ਉਹਨਾਂ ਦੀ ਬਦਲੀ ਹੋਈ ਨਜ਼ਰ ਮੈਨੂੰ ਕੁਝ ਬੁਰਾ ਹੋਣ ਦਾ ਸੰਕੇਤ ਦੇ ਰਹੀ ਸੀ। ਫਿਰ ਉਹ ਹੌਲੀ-ਹੌਲੀ ਮੇਰੇ ਨੇੜੇ ਆਏ ਤੇ ਮੇਰੀ ਕਮਰ ਤੇ ਹੱਥ ਫੇਰਨ ਲੱਗੇ। ਜਦੋਂ ਉਹਨਾਂ ਨੇ ਇਸ ਤਰ੍ਹਾਂ ਕਰਿਆ ਤਾਂ ਮੈਂ ਇੱਕਦਮ ਬੈੱਡ ਤੋਂ ਖੜੀ ਹੋ ਗਈ। ਫਿਰ ਮੈਂ ਗੁੱਸੇ ਵਿੱਚ ਉਹਨਾਂ ਨੂੰ ਕਿਹਾ ਕਿ ਪਾਪਾ ਤੁਸੀਂ ਇਹ ਕੀ ਕਰ ਰਹੇ ਹੋ? ਤਾਂ ਮੇਰੇ ਮੂੰਹ ਵਿੱਚ ਚੰਗੀ ਤਰ੍ਹਾਂ ਆਵਾਜ਼ ਵੀ ਨਹੀਂ ਸੀ ਨਿਕਲ ਰਹੀ, ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਮੇਰੇ ਨਾਲ ਕੁਝ ਗਲਤ ਕਰਨਾ ਚਾਹੁੰਦੇ ਸਨ। ਤੇ ਫਿਰ ਉਹ ਵੀ ਬੈੱਡ ਤੋਂ ਖੜੇ ਹੋ ਗਏ ਤੇ ਮੈਨੂੰ ਕਹਿਣ ਲੱਗੇ ਕਿ ਸ਼ੁਰੂ ਵਿੱਚ ਤਾਂ ਤੈਨੂੰ ਅਜੀਬ ਲੱਗੇਗਾ, ਪਰ ਤੈਨੂੰ ਵੀ ਲੋੜ ਹੈ ਤੇ ਮੈਨੂੰ ਵੀ। ਫਿਰ ਹੌਲੀ-ਹੌਲੀ ਤੈਨੂੰ ਇਸ ਚੀਜ਼ ਦੀ ਆਦਤ ਪੈ ਜਾਵੇਗੀ। ਉਹ ਮੈਨੂੰ ਜਿਹੜੀ ਗੱਲ ਕਹਿਣਾ ਚਾਹ ਰਹੇ ਸਨ ਉਹ ਮੈਨੂੰ ਵੀ ਪਤਾ ਸੀ ਤੇ ਮੈਂ ਉਹਨਾਂ ਦੇ ਦਿਲ ਨੂੰ ਚੰਗੀ ਤਰ੍ਹਾਂ ਸਮਝਦੀ ਸੀ, ਪਰ ਮੈਂ ਇਹ ਸਭ ਕੁਝ ਕਰਨ ਲਈ ਤਿਆਰ ਨਹੀਂ ਸੀ। ਫਿਰ ਉਹ ਮੇਰੇ ਸਾਹਮਣੇ ਖੜੇ ਹੋ ਗਏ ਤੇ ਮੇਰੇ ਮੋਢਿਆਂ ਤੇ ਆਪਣੇ ਦੋਵੇਂ ਹੱਥ ਰੱਖ ਕੇ ਕਹਿਣ ਲੱਗੇ ਕਿ ਮੈਂ ਤੇਰੀ ਤੇ ਤੇਰੇ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਚੁੱਕੀ ਆ। ਇਸ ਦੇ ਬਦਲੇ ਤਾਂ ਤੈਨੂੰ ਕੁਝ ਨਾ ਕੁਝ ਤਾਂ ਜ਼ਰੂਰ ਦੇਣਾ ਹੀ ਪਵੇਗਾ। ਤੇਰਾ ਕੰਮ ਇਹੀ ਆ ਕਿ ਤੂੰ ਮੈਨੂੰ ਖੁਸ਼ ਕਰ ਦੇ। ਪਰ ਮੈਂ ਅੱਜ ਤਾਂ ਜਾ ਰਿਹਾ, ਪਰ ਤੂੰ ਚੰਗੀ ਤਰ੍ਹਾਂ ਸੋਚ ਲਵੀਂ ਤੇਰੇ ਲਈ ਚੰਗਾ ਕੀ ਹੋਵੇਗਾ। ਤੈਨੂੰ ਹਰ ਹਾਲਤ ਵਿੱਚ ਮੈਨੂੰ ਖੁਸ਼ ਕਰਨਾ ਹੀ ਪਵੇਗਾ। ਤੇ ਮੇਰੇ ਵੱਲ ਬਹੁਤ ਹੀ ਗੰਦੀ ਨਜ਼ਰਾਂ ਨਾਲ ਦੇਖਿਆ। ਇੰਨਾ ਕਹਿ ਕੇ ਉਹ ਥੱਲੇ ਚਲੇ ਗਏ। ਮੈਂ ਘਬਰਾ ਗਈ ਸੀ ਤੇ ਮੈਂ ਹੁਣ ਕਰ ਵੀ ਕੀ ਸਕਦੀ ਸੀ? ਮੈਂ ਤਾਂ ਆਪਣਾ ਕਿਸੇ ਨੂੰ ਦੁੱਖ ਵੀ ਨਹੀਂ ਸੀ ਦੱਸ ਸਕਦੀ। ਪਰ ਉਹਨਾਂ ਦੇ ਹੁਣ ਇਰਾਦੇ ਬਹੁਤ ਹੀ ਜ਼ਿਆਦਾ ਗਲਤ ਸਨ, ਪਰ ਮੈਂ ਇਹ ਸਭ ਕੁਝ ਨਹੀਂ ਸੀ ਕਰ ਸਕਦੀ। ਇਹ ਆਖਿਰ ਕਿਵੇਂ ਹੋ ਸਕਦਾ ਸੀ? ਉਹਨਾਂ ਨੇ ਜਦੋਂ ਮੈਨੂੰ ਖੁਸ਼ ਕਰਨ ਲਈ ਕਿਹਾ ਤਾਂ ਇੱਕ ਵਾਰ ਵੀ ਇਹ ਨਾ ਸੋਚਿਆ ਕਿ ਮੈਂ ਉਹਨਾਂ ਦੀ ਨੂੰਹ ਹਾਂ ਤੇ ਉਹਨਾਂ ਦੇ ਬੇਟੇ ਦੀ ਇੱਕ ਵਿਧਵਾ ਪਤਨੀ ਹਾਂ। ਨੂੰਹ ਵੀ ਤਾਂ ਇੱਕ ਧੀ ਦੇ ਸਮਾਨ ਹੁੰਦੀ ਹੈ। ਫਿਰ 1-2 ਦਿਨ ਉਹਨਾਂ ਦੇ ਸਾਹਮਣੇ ਜਾਣ ਤੋਂ ਵੀ ਡਰ ਲੱਗਦਾ ਸੀ। ਮੈਂ ਜਲਦੀ ਉਹਨਾਂ ਦਾ ਖਾਣਾ ਉਹਨਾਂ ਦੇ ਕਮਰੇ ਵਿੱਚ ਰੱਖ ਕੇ ਉੱਪਰ ਆ ਜਾਂਦੀ ਸੀ। ਮੇਰੀ ਤਾਂ ਹੁਣ ਇਹੀ ਕੋਸ਼ਿਸ਼ ਸੀ ਕਿ ਕਮਰੇ ਵਿੱਚ ਇੱਕ ਮਿੰਟ ਵੀ ਨਾ ਰੁਕਾਂ। ਫਿਰ ਇੱਕ ਦਿਨ ਉਹ ਹੋਇਆ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਬਹੁਤ ਜ਼ਿਆਦਾ ਗਰਮੀ ਸੀ ਤੇ ਕਮਰੇ ਦੇ ਗੇਟ ਖੋਲ ਕੇ ਹੀ ਮੈਂ ਸੌਂ ਜਾਂਦੀ ਸੀ, ਕਿਉਂਕਿ ਕਮਰੇ ਵਿੱਚ ਏਸੀ ਵੀ ਨਹੀਂ ਸੀ ਲੱਗਿਆ ਹੋਇਆ। ਗਰਮੀ ਬਹੁਤ ਜ਼ਿਆਦਾ ਸੀ ਤੇ ਮੈਂ ਬਾਹਰ ਵਿਹੜੇ ਵਿੱਚ ਨਹੀਂ ਸੀ ਸੌਂ ਸਕਦੀ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ। ਅਚਾਨਕ ਰਾਤ ਨੂੰ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕੋਈ ਮੇਰੇ ਕੋਲ ਖੜਾ ਹੈ। ਜਦੋਂ ਮੈਂ ਨੀਂਦ ਵਿੱਚੋਂ ਅੱਖਾਂ ਨੂੰ ਖੋਲਿਆ ਤੇ ਦੇਖਿਆ ਕਿ ਮੇਰਾ ਸਹੁਰਾ ਮੇਰੇ ਕੋਲ ਖੜਾ ਸੀ ਤੇ ਉਹ ਮੈਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਇੱਕਦਮ ਘਬਰਾ ਕੇ ਉੱਠੀ ਤਾਂ ਮੇਰੇ ਕੋਲ ਮੇਰਾ ਦੁਪੱਟਾ ਵੀ ਨਹੀਂ ਸੀ। ਮੈਂ ਜਲਦੀ ਆਪਣਾ ਦੁਪੱਟਾ ਲੈਣ ਲਈ ਆਪਣੇ ਬੈੱਡ ਤੋਂ ਉੱਠੀ ਤਾਂ ਮੇਰਾ ਸਹੁਰਾ ਕਹਿਣ ਲੱਗਿਆ ਕਿ ਮੀਨਾ ਤੂੰ ਘਬਰਾ ਨਾ, ਮੇਰੀ ਤਬੀਅਤ ਠੀਕ ਨਹੀਂ, ਮੇਰਾ ਸਿਰ ਬਹੁਤ ਜ਼ਿਆਦਾ ਦਰਦ ਹੋ ਰਿਹਾ, ਤੂੰ ਥੋੜਾ ਟਾਈਮ ਮੇਰਾ ਸਿਰ ਦਬਾ ਦੇ, ਸ਼ਾਇਦ ਆਰਾਮ ਮਿਲ ਜਾਵੇ। ਮੈਂ ਜਲਦੀ
ਆਪਣਾ ਦੁਪੱਟਾ ਲਿਆ ਤੇ ਕਿਹਾ ਕਿ ਪਾਪਾ ਮੈਂ ਚਾਹ ਬਣਾ ਦੇਵਾਂ। ਤਾਂ ਉਹ ਕਹਿਣ ਲੱਗੇ ਕਿ ਨਹੀਂ, ਚਾਹ ਵਿੱਚ ਤਾਂ ਜ਼ਿਆਦਾ ਕੈਫੀਨ ਹੁੰਦੀ ਆ, ਸਿਰ ਹੋਰ ਵੀ ਜ਼ਿਆਦਾ ਦਰਦ ਕਰੇਗਾ, ਤੂੰ ਬਸ ਮੇਰਾ ਸਿਰ ਨੂੰ ਦਬਾ ਦੇ, ਮੈਂ ਆਪਣੇ ਕਮਰੇ ਵਿੱਚ ਤੇਰਾ ਇੰਤਜ਼ਾਰ ਕਰਾਂਗਾ, ਤੂੰ ਉੱਥੇ ਹੀ ਆ ਜਾਵੇਂ। ਇੰਨਾ ਕਹਿ ਕੇ ਉਹ ਥੱਲੇ ਚਲੇ ਗਏ। ਮੈਂ ਹੈਰਾਨ ਪਰੇਸ਼ਾਨ ਸੀ ਕਿ ਮੈਂ ਅੱਧੀ ਰਾਤ ਨੂੰ ਉਹਨਾਂ ਦੇ ਕਮਰੇ ਵਿੱਚ ਕਿਵੇਂ ਜਾਵਾਂ। ਮੈਨੂੰ ਤਾਂ ਇਹ ਕੰਮ ਮੈਨੂੰ ਮੌਤ ਦੇ ਬਰਾਬਰ ਲੱਗ ਰਿਹਾ ਸੀ। ਮੈਂ ਨਾ ਵੀ ਨਹੀਂ ਸੀ ਕਰ ਸਕਦੀ, ਮਜਬੂਰ ਤੇ ਬੇਵੱਸ ਸੀ। ਫਿਰ ਮੈਂ ਡਰੀ ਤੇ ਸਹਿਮੀ ਹੋਈ ਥੱਲੇ ਉਹਨਾਂ ਦੇ ਕਮਰੇ ਵਿੱਚ ਜਾਣ ਲੱਗੀ। ਜਦੋਂ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ ਤਾਂ ਦਰਵਾਜ਼ਾ ਪਹਿਲਾਂ ਹੀ ਖੁੱਲਿਆ ਹੋਇਆ ਸੀ। ਮੇਰਾ ਸਹੁਰਾ ਬੈੱਡ ਤੇ ਪਿਆ ਸੀ, ਮੇਰਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਮੈਂ ਉਹਨਾਂ ਨੂੰ ਕਮਰੇ ਵਿੱਚ ਉਹਨਾਂ ਨੇ ਮੈਨੂੰ ਆਪਣੇ ਕਮਰੇ ਵਿੱਚ ਆਉਂਦੇ ਦੇਖਿਆ ਤਾਂ ਉਹ ਖੁਸ਼ ਹੋ ਗਏ ਤੇ ਮੈਨੂੰ ਕਹਿਣ ਲੱਗੇ ਕਿ ਤੂੰ ਜਲਦੀ ਜਲਦੀ ਮੇਰਾ ਸਿਰ ਦਬਾ ਦੇ, ਮੇਰੀ ਜਾਨ ਨਿਕਲ ਰਹੀ ਹੈ, ਦਰਦ ਬਹੁਤ ਜ਼ਿਆਦਾ ਹੋ ਰਿਹਾ। ਮੈਂ ਤਾਂ ਸੌਣਾ ਸੀ ਪਰ ਸਿਰ ਵਿੱਚ ਇੰਨਾ ਦਰਦ ਹੋ ਰਿਹਾ ਸੀ ਕਿ ਮੇਰੇ ਤੋਂ ਸੁੱਤਾ ਨਾ ਗਿਆ। ਮੈਂ ਡਰੀ ਤੇ ਸਹਿਮੀ ਹੋਈ ਜਦੋਂ ਆਪਣੇ ਕੰਮ ਦੇ ਹੱਥਾਂ ਨਾਲ ਉਹਨਾਂ ਦਾ ਸਿਰ ਦਬਾਉਣ ਲੱਗੀ ਤਾਂ ਫਿਰ ਅਚਾਨਕ ਹੀ ਮੇਰੇ ਸਹੁਰੇ ਨੇ ਆਪਣਾ ਸਿਰ ਚੱਕ ਕੇ ਮੇਰੀ ਝੋਲੀ ਵਿੱਚ ਰੱਖ ਦਿੱਤਾ। ਤਾਂ ਮੈਂ ਘਬਰਾ ਗਈ। ਮੈਂ ਤਾਂ ਇਹ ਸਭ ਦੇਖ ਕੇ ਮੇਰੇ ਸਰੀਰ ਵਿੱਚੋਂ ਜਾਨ ਹੀ ਨਾ ਰਹੀ। ਮੈਨੂੰ ਉਹਨਾਂ ਦੀ ਇਸ ਹਰਕਤ ਤੋਂ ਬਹੁਤ ਹੀ ਜ਼ਿਆਦਾ ਘਬਰਾਹਟ ਹੋ ਰਹੀ ਸੀ। ਤਾਂ ਮੈਂ ਜਲਦੀ ਜਲਦੀ ਬੈੱਡ ਤੋਂ ਖੜੀ ਹੋ ਗਈ ਤੇ ਮੇਰੇ ਸਹੁਰੇ ਨੇ ਮੇਰੀ ਬਾਂਹ ਫੜ ਕੇ ਮੈਨੂੰ ਆਪਣੇ ਉੱਪਰ ਖਿੱਚ ਲਿਆ। ਮੈਂ ਬਹੁਤ ਜ਼ੋਰ ਲਾ ਕੇ ਉਹਨਾਂ ਤੋਂ ਛੁੱਟਣ ਦੀ ਕੋਸ਼ਿਸ਼ ਕਰੀ, ਪਰ ਉਹ ਬਹੁਤ ਹੀ ਜ਼ਿਆਦਾ ਤਾਕਤਵਰ ਸੀ। ਉਹਨਾਂ ਨੇ ਮੈਨੂੰ ਇੰਨਾ ਘੁੱਟ ਕੇ ਫੜਿਆ ਹੋਇਆ ਸੀ ਕਿ ਮੇਰੇ ਤੋਂ ਜ਼ੋਰ ਲਗਾਉਣ ਨਾਲ ਵੀ ਨਹੀਂ ਸੀ ਛੁੱਟਿਆ ਜਾ ਰਿਹਾ। ਮੈਂ ਬਹੁਤ ਹੀ ਗੁੱਸੇ ਵਿੱਚ ਕਿਹਾ ਕਿ ਪਾਪਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਆਪਣੇ ਮਰੇ ਹੋਏ ਬੇਟੇ ਦਾ ਹੀ ਖਿਆਲ ਕਰ ਲਓ। ਤੇ ਉਹ ਮੈਨੂੰ ਪੂਰੇ ਗੁੱਸੇ ਵਿੱਚ ਕਹਿਣ ਲੱਗੇ ਕਿ ਮੇਰਾ ਤੇਰੇ ਨਾਲ ਉਦੋਂ ਤੱਕ ਹੀ ਰਿਸ਼ਤਾ ਸੀ ਜਦੋਂ ਮੇਰਾ ਬੇਟਾ ਜਿਉਂਦਾ ਸੀ, ਉਦੋਂ ਤੱਕ ਹੀ ਤੂੰ ਮੇਰੇ ਨਾਲ ਤੇਰਾ ਕੋਈ ਰਿਸ਼ਤਾ ਸੀ, ਹੁਣ ਤਾਂ ਤੂੰ ਮੇਰੇ ਲਈ ਇੱਕ ਪਰਾਈ ਔਰਤ ਹੈ। ਮੈਂ ਤੇਰੇ ਨਾਲ ਕੁਝ ਵੀ ਕਰ ਸਕਦਾ, ਜੇ ਤੂੰ ਇਸ ਘਰ ਵਿੱਚ ਰਹਿਣਾ ਹੈ ਤਾਂ ਤੈਨੂੰ ਮੇਰੀ ਹਰ ਗੱਲ ਮੰਨਣੀ ਪਵੇਗੀ। ਤੇ ਫਿਰ ਉਹਨਾਂ ਨੇ ਇੰਨਾ ਕਹਿ ਕੇ ਮੈਨੂੰ ਧੱਕਾ ਦੇ ਕੇ ਬੈੱਡ ਤੇ ਸੁੱਟ ਦਿੱਤਾ ਤੇ ਉਹਨਾਂ ਨੇ ਮੇਰੇ ਸਰੀਰ ਨੂੰ ਆਪਣੇ ਗੰਦੇ ਹੱਥਾਂ ਨਾਲ ਛੂਹਿਆ ਤਾਂ ਮੇਰੀ ਜਾਨ ਹੀ ਨਿਕਲ ਗਈ। ਮੈਂ ਉਸ ਟਾਈਮ ਜਿਉਂਦੀ ਹੀ ਮਰ ਗਈ। ਮੈਂ ਤਾਂ ਇੱਕ ਬੇਵੱਸ ਪੰਛੀ ਦੀ ਤਰ੍ਹਾਂ ਤੜਫਣ ਲੱਗੀ। ਉਹਨਾਂ ਨੂੰ ਤਾਂ ਇੰਨੇ ਸਾਲਾਂ ਤੋਂ ਔਰਤ ਮਿਲੀ ਸੀ, ਉਹਨਾਂ ਨੇ ਆਪਣੀ ਕਸਰ ਮੇਰੇ ਤੇ ਹੀ ਪੂਰੀ ਕੱਢ ਦਿੱਤੀ। ਆਖਰਕਾਰ ਉਹਨਾਂ ਨੇ ਮੈਨੂੰ ਜਿਸ ਮਕਸਦ ਦੇ ਲਈ ਆਪਣੇ ਘਰ ਵਿੱਚ ਰੱਖਿਆ ਸੀ, ਉਸ ਸਾਜ਼ਿਸ਼ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬ ਹੋ ਗਏ ਸਨ। ਮੈਂ ਤਾਂ ਬੇਵੱਸ ਹੋਈ ਉਹਨਾਂ ਦੇ ਬੈੱਡ ਤੇ ਪਈ ਸੀ। ਜਦੋਂ ਉਹਨਾਂ ਦਾ ਮੇਰੇ ਤੋਂ ਦਿਲ ਭਰ ਗਿਆ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਹੁਣ ਆਪਣੇ ਕਮਰੇ ਵਿੱਚ ਉੱਪਰ ਚਲੀ ਜਾ ਤੇ ਖਬਰਦਾਰ ਜੇ ਤੂੰ ਇਹ ਗੱਲ ਕਿਸੇ ਨੂੰ ਦੱਸੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਵੈਸੇ ਵੀ ਮੇਰੇ ਬਾਰੇ ਲੋਕਾਂ ਨੂੰ ਪਤਾ ਕਿ ਮੈਂ ਕਿੰਨਾ ਸ਼ਰੀਫ ਇਨਸਾਨ ਆ। ਮੈਂ ਹਜੇ ਤੱਕ ਕਿਸੇ ਵੀ ਔਰਤ ਵੱਲ ਅੱਖ ਭਰ ਕੇ ਨਹੀਂ ਸੀ ਦੇਖਿਆ। ਜੇ ਤੂੰ ਕਿਸੇ ਦੇ ਸਾਹਮਣੇ ਆਪਣੀ ਜ਼ੁਬਾਨ ਖੋਲੀ ਜਾਂ ਆਪਣੇ ਪੇਕਿਆਂ ਦੇ ਸਾਹਮਣੇ ਕੋਈ ਗੱਲ ਕਹੀ ਤਾਂ ਉਲਟਿਆ ਮੈਂ ਤੇਰੇ ਤੇ ਹੀ ਇਲਜ਼ਾਮ ਲਗਾ ਦੇਵਾਂਗਾ ਕਿ ਆਪਣੇ ਪਤੀ ਦੇ ਮਰਨ ਤੋਂ ਬਾਅਦ ਇਹ ਪਰਾਏ ਮਰਦਾਂ ਨਾਲ ਨਜਾਇਜ਼ ਸੰਬੰਧ ਬਣਾਉਂਦੀ ਹੈ ਤੇ ਉਹਨਾਂ ਨੂੰ ਆਪਣੇ ਘਰ ਵਿੱਚ ਬੁਲਾਉਂਦੀ ਹੈ। ਮੈਂ ਪੈਸੇ ਦੇ ਕੇ ਕੁਝ ਵੀ ਕਰਵਾ ਸਕਦਾ, ਇਸ ਗੱਲ ਨੂੰ ਤੂੰ ਧਿਆਨ ਵਿੱਚ ਰੱਖੀ। ਤੇ ਮੈਂ ਕੰਬਦੀ ਹੋਈ ਜਦੋਂ ਉਹਨਾਂ ਦੇ ਬੈੱਡ ਤੋਂ ਉੱਠੀ ਤਾਂ ਉੱਪਰ ਵੱਲ ਨੂੰ ਤੁਰ ਪਈ। ਮੇਰੇ ਜਿਸਮ ਵਿੱਚੋਂ ਜਾਨ ਨਿਕਲ ਚੁੱਕੀ ਸੀ। ਮੈਨੂੰ ਅੱਜ ਆਪਣੇ ਸਰੀਰ ਤੋਂ ਨਫ਼ਰਤ ਹੋ ਗਈ ਸੀ। ਮੈਂ ਆਪਣੇ ਕਮਰੇ ਵਿੱਚ ਜਿੱਥੇ ਮੇਰੇ ਬੱਚੇ ਸੁੱਤੇ ਸਨ, ਦੂਸਰੇ ਕਮਰੇ ਵਿੱਚ ਜਾ ਕੇ ਬਹੁਤ ਉੱਚੀ ਉੱਚੀ ਰੋਈ ਤੇ ਆਪਣੇ ਪਤੀ ਨੂੰ ਬਹੁਤ ਯਾਦ ਕੀਤਾ। ਫਿਰ ਮੈਂ ਆਪਣੇ ਆਪ ਨੂੰ ਸੰਭਾਲਿਆ ਤਾਂ ਉਦੋਂ ਸਵੇਰ ਹੋ ਚੁੱਕੀ ਸੀ। ਮੈਂ ਜਲਦੀ ਬਾਥਰੂਮ ਵਿੱਚ ਨਹਾਉਣ ਚਲੀ ਗਈ। ਜਦੋਂ ਮੈਂ ਨਹਾ ਕੇ ਆਈ ਤਾਂ ਮੇਰੇ ਮਾਸੂਮ ਬੱਚੇ ਸੌਂ ਰਹੇ ਸਨ। ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਜ ਉਹਨਾਂ ਦੀ ਮਾਂ ਦੇ ਉੱਪਰ ਕਿਹੜਾ ਦੁੱਖਾਂ ਦਾ ਪਹਾੜ ਟੁੱਟ ਗਿਆ। ਇਹਨਾਂ ਦੁੱਖ ਮੈਨੂੰ ਆਪਣੇ ਪਤੀ ਦੀ ਮੌਤ ਤੇ ਹੋਇਆ ਸੀ ਜਿੰਨਾ ਅੱਜ ਮੈਨੂੰ ਆਪਣੀ ਜ਼ਿੰਦਗੀ ਤੋਂ ਹੋ ਰਿਹਾ ਸੀ। ਮੈਂ ਰਸੋਈ ਵਿੱਚ ਜਾ ਕੇ ਆਪਣੇ ਕੰਮ ਕਰਨੇ ਸ਼ੁਰੂ ਕਰ ਦਿੱਤੇ, ਪਰ ਮੇਰੇ ਦਿਮਾਗ ਵਿੱਚ ਉਹੀ ਕੁਝ ਚੱਲ ਰਿਹਾ ਸੀ ਜੋ ਮੇਰੇ ਨਾਲ ਰਾਤ ਨੂੰ ਹੋਇਆ ਸੀ। ਅਗਲੀ ਸਵੇਰ ਮੇਰੇ ਲਈ ਉਸ ਤੋਂ ਵੀ ਜ਼ਿਆਦਾ ਖਤਰਨਾਕ ਸੀ। ਆਪਣੇ ਜ਼ਖਮੀ ਸਰੀਰ ਨੂੰ ਲੈ ਕੇ ਰਸੋਈ ਵਿੱਚ ਕੰਮ ਕਰ ਰਹੀ ਸੀ। ਅੱਜ ਮੇਰਾ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਸੀ ਕਰ ਰਿਹਾ, ਪਰ ਮੈਨੂੰ ਕੰਮ ਕਰਨਾ ਪੈਣਾ ਸੀ ਕਿਉਂਕਿ ਮੇਰੇ 2 ਬੱਚੇ ਸਨ ਤੇ ਮੈਨੂੰ ਆਪਣੇ ਸਹੁਰੇ ਲਈ ਵੀ ਨਾਸ਼ਤਾ ਤਿਆਰ ਕਰਨਾ ਸੀ। ਕਿਉਂਕਿ ਹੁਣ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਮੇਰੇ ਸਹੁਰਾ ਕਿਸ ਕਰਕੇ ਮੈਨੂੰ ਇਸ ਘਰ ਵਿੱਚ ਜਗ੍ਹਾ ਦਿੱਤੀ ਸੀ। ਹੁਣ ਤਾਂ ਮੈਨੂੰ ਥੱਲੇ ਜਾਣ ਤੋਂ ਵੀ ਡਰ ਲੱਗਦਾ ਸੀ, ਪਰ ਮੇਰੀ ਮਜਬੂਰੀ ਸੀ, ਮੈਨੂੰ ਥੱਲੇ ਜਾ ਕੇ ਰੋਟੀ ਉਹਨਾਂ ਨੂੰ ਦੇ ਕੇ ਆਉਣੀ ਪੈਣੀ ਹੀ ਸੀ। ਤਾਂ ਅਚਾਨਕ ਹੀ ਮੇਰਾ ਸਹੁਰਾ ਮੇਰੇ ਪਿੱਛੇ ਆ ਕੇ ਖੜ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਇੰਨੀ ਦੇਰ ਹੋ ਗਈ, ਤੂੰ ਕੋਈ ਚਾਹ ਤੇ ਨਾ ਹੀ ਕੋਈ ਨਾਸ਼ਤਾ ਲੈ ਕੇ ਕਿਉਂ ਨਹੀਂ ਆਈ। ਉਹਨਾਂ ਦੀ ਗੱਲ ਦਾ ਮੈਂ ਕੋਈ ਜਵਾਬ ਨਾ ਦਿੱਤਾ ਤੇ ਮੈਂ ਚੁੱਪ ਖੜੀ ਸੀ। ਤੇ ਉਹ ਮੈਨੂੰ ਹੌਲੀ ਜਿਹੀ ਆਵਾਜ਼ ਵਿੱਚ ਕਹਿਣ ਲੱਗੇ ਕਿ ਜੋ ਰਾਤ ਨੂੰ ਹੋਇਆ ਉਸ ਨੂੰ ਤੂੰ ਭੁੱਲ ਜਾ ਤੇ ਭੁੱਲਣ ਵਿੱਚ ਹੀ ਤੇਰੀ ਭਲਾਈ ਆ।
ਇਸ ਦੇ ਵਿੱਚ ਹੀ ਤੇਰੀ ਖੁਸ਼ੀ ਆ। ਤੂੰ ਇਸ ਘਰ ਵਿੱਚ ਖਾ ਪੀ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਉ। ਜੇ ਤੂੰ ਮੈਨੂੰ ਇਸ ਤਰ੍ਹਾਂ ਖੁਸ਼ ਕਰਦੀ ਰਹੇਂਗੀ ਤਾਂ ਮੈਂ ਵੀ ਤੈਨੂੰ ਹਮੇਸ਼ਾ ਹੀ ਖੁਸ਼ ਰੱਖਾਂਗਾ ਤੇ ਸਾਰੇ ਐਸ਼ੋ ਆਰਾਮ ਤੈਨੂੰ ਦੇਵਾਂਗਾ ਤੇ ਤੇਰੇ ਬੱਚਿਆਂ ਨੂੰ ਵੀ ਚੰਗੀ ਜ਼ਿੰਦਗੀ ਦੇਵਾਂਗਾ। ਮੇਰੇ ਅੰਦਰ ਅੱਗ ਮੱਚ ਰਹੀ ਸੀ ਤੇ ਮੇਰੇ ਅੰਦਰ ਗੁੱਸੇ ਦੇ ਭਾਂਬੜ ਮੱਚ ਰਹੇ ਸਨ। ਮੈਂ ਕੁਝ ਵੀ ਨਾ ਬੋਲੀ। ਮੈਂ ਚੁੱਪਚਾਪ ਨਾਸ਼ਤਾ ਟਰੇ ਵਿੱਚ ਰੱਖ ਕੇ ਉਹਨਾਂ ਨੂੰ ਫੜਾ ਦਿੱਤਾ। ਹੁਣ ਤਾਂ ਮੇਰੀ ਜ਼ਿੰਦਗੀ ਨੇ ਨਵਾਂ ਮੋੜ ਆ ਗਿਆ ਸੀ। ਮੈਂ ਸਾਰਾ ਦਿਨ ਆਪਣੇ ਘਰ ਵਿੱਚ ਆਪਣੇ ਬੱਚਿਆਂ ਦੇ ਸਹੁਰੇ ਨਾਲ ਹੀ ਰਹਿੰਦੀ ਸੀ। ਬਾਹਰ ਦਾ ਕੋਈ ਵੀ ਬੰਦਾ ਜਾਂ ਔਰਤ ਕੋਈ ਵੀ ਸਾਡੇ ਘਰ ਵਿੱਚ ਨਹੀਂ ਸੀ ਆ ਸਕਦਾ। ਸਾਡੇ ਘਰ ਵਿੱਚ ਤਾਂ ਕੋਈ ਪਰਿੰਦਾ ਵੀ ਨਹੀਂ ਸੀ ਫਰਕ ਸਕਦਾ। ਹੁਣ ਮੇਰਾ ਸਹੁਰਾ ਹਫ਼ਤੇ ਵਿੱਚ 2-3 ਵਾਰੀ ਆਪਣੀ ਹਵਸ ਪੂਰੀ ਕਰ ਲੈਂਦਾ ਸੀ। ਕਈ ਵਾਰ ਮੇਰੇ ਦਿਲ ਵਿੱਚ ਇਹ ਖਿਆਲ ਆਉਂਦਾ ਕਿ ਮੈਂ ਆਪਣੇ ਆਪ ਨੂੰ ਆਪਣੇ ਮਾਂ ਤੇ ਆਪਣੇ ਭਰਾ ਨੂੰ ਇਹ ਸਭ ਕੁਝ ਦੱਸ ਦੇਵਾਂ ਤੇ ਆਪਣੇ ਸਹੁਰੇ ਦੀ ਅਸਲੀਅਤ ਉਹਨਾਂ ਦੇ ਸਾਹਮਣੇ ਰੱਖ ਦੇਵਾਂ ਤੇ ਹਮੇਸ਼ਾ ਹਮੇਸ਼ਾ ਲਈ ਇੱਥੋਂ ਆਪਣੇ ਬੱਚਿਆਂ ਨੂੰ ਲੈ ਕੇ ਚਲੀ ਜਾਵਾਂ। ਫਿਰ ਦੂਜੇ ਪਾਸੇ ਮੇਰੇ ਦਿਮਾਗ ਵਿੱਚ ਇਹ ਗੱਲ ਆਉਂਦੀ ਕਿ ਜੇ ਮੈਂ ਇੱਥੋਂ ਚਲੀ ਗਈ ਤਾਂ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਪਾਲਾਂਗੀ। ਜੇ ਮੈਂ ਆਪਣੇ ਪੇਕੇ ਚਲੀ ਗਈ ਤਾਂ ਮੇਰਾ ਸਹੁਰਾ ਬਹੁਤ ਹੀ ਜ਼ਿਆਦਾ ਹੁਸ਼ਿਆਰ ਸੀ ਤੇ ਉਲਟਾ ਉਹ ਮੇਰੇ ਤੇ ਹੀ ਇਲਜ਼ਾਮ ਲਗਾ ਦੇਵੇਗਾ ਕਿ ਮੇਰਾ ਇਹ ਕੀ ਕਿਰਦਾਰ ਬੁਰਾ ਹੈ। ਉਹਨਾਂ ਨੇ ਤਾਂ ਹਜੇ ਤੱਕ ਇੰਨੇ ਸਾਲ ਹੋ ਗਏ ਮੇਰੀ ਸੱਸ ਦੀ ਮੌਤ ਹੋਈ ਨੂੰ ਤੇ ਉਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ। ਲੋਕੀ ਮੇਰੇ ਸਹੁਰੇ ਨੂੰ ਸਹੀ ਸੱਚਾ ਸਾਬਤ ਕਰਨਗੇ ਤੇ ਮੈਨੂੰ ਝੂਠਾ ਹੀ ਕਹਿਣਗੇ। ਸਾਰੇ ਮੁਹੱਲੇ ਵਾਲੇ ਤਾਂ ਉਹਨਾਂ ਦੀਆਂ ਸਿਫਤਾਂ ਕਰਦੇ ਨਹੀਂ ਸੀ ਥੱਕਦੇ ਕਿ ਉਹਨਾਂ ਨੇ ਆਪਣੀ ਪਤਨੀ ਤੋਂ ਸਿਵਾਏ ਕਿਸੇ ਔਰਤ ਵੱਲ ਅੱਖ ਚੱਕ ਕੇ ਨਹੀਂ ਸੀ ਦੇਖਿਆ। ਲੋਕਾਂ ਨੂੰ ਕੀ ਪਤਾ ਸੀ ਕਿ ਉਹ ਮੇਰੇ ਲਈ ਕਿੰਨੇ ਗੰਦੇ ਖਿਆਲ ਆਪਣੇ ਮਨ ਵਿੱਚ ਰੱਖਦੇ ਸਨ। ਉਹ ਮੇਰੇ ਨਾਲ ਜੋ ਕੁਝ ਵੀ ਕਰਦੇ ਸਨ ਉਹ ਇੱਕ ਪਾਪ ਸੀ। ਬਸ ਦਿਨ ਐਵੇਂ ਹੀ ਲੰਘਦੇ ਗਏ। ਮੈਨੂੰ ਤਾਂ ਹੁਣ ਆਪਣੇ ਘਰ ਵਿੱਚ ਰਹਿੰਦੀ ਦਾ ਦਮ ਘੁੱਟਦਾ ਸੀ। ਹਰ ਦਿਨ ਮੇਰੇ ਲਈ ਇੱਕ ਸਜ਼ਾ ਦਾ ਦਿਨ ਹੁੰਦਾ ਸੀ। ਉਹਨਾਂ ਨੇ ਮੇਰੇ ਬੱਚਿਆਂ ਨੂੰ ਸ਼ਹਿਰ ਦੇ ਸਭ ਤੋਂ ਮਸ਼ਹੂਰ ਤੇ ਵੱਡੇ ਸਕੂਲ ਵਿੱਚ ਐਡਮਿਸ਼ਨ ਕਰਵਾਇਆ ਸੀ ਤੇ ਨਾਲ ਹੀ ਉਹ ਮੈਨੂੰ ਕਹਿੰਦੇ ਸਨ ਕਿ ਇਸੇ ਤਰ੍ਹਾਂ ਤੂੰ ਮੇਰਾ ਕਹਿਣਾ ਮੰਨਦੀ ਰਹਿ ਤਾਂ ਉਹ ਮੇਰੇ ਬੱਚਿਆਂ ਨੂੰ ਹਰ ਐਸ਼ੋ ਆਰਾਮ ਦੀ ਜ਼ਿੰਦਗੀ ਦੇਣਗੇ। ਮੈਂ ਤਾਂ ਹਰ ਰੋਜ਼ ਅੰਦਰੋਂ ਅੰਦਰ ਹੀ ਖਤਮ ਹੁੰਦੀ ਜਾ ਰਹੀ ਸੀ। ਮੈਨੂੰ ਤਾਂ ਇਸ ਤਰ੍ਹਾਂ ਵੀ ਮੇਰੇ ਮਨ ਵਿੱਚ ਕਈ ਖਿਆਲ ਆਉਂਦਾ ਕਿ ਮੈਂ ਜ਼ਹਿਰ ਖਾ ਲਵਾਂ ਤੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਵਾਂ। ਫਿਰ ਪਿੱਛੇ ਮੈਨੂੰ ਆਪਣੇ ਬੱਚਿਆਂ ਦਾ ਖਿਆਲ ਆਉਂਦਾ ਸੀ। ਮੈਂ ਸਿਰਫ ਜਿਉਂ ਰਹੀ ਸੀ ਤਾਂ ਆਪਣੇ ਬੱਚਿਆਂ ਕਰਕੇ ਹੀ ਜਿਉਂ ਰਹੀ ਸੀ। ਜੇ ਮੇਰੇ ਬੱਚੇ ਨਾ ਹੁੰਦੇ ਤਾਂ ਮੈਂ ਕਦੋਂ ਦੀ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਣਾ ਸੀ। ਹਰ ਦੂਜੇ ਦਿਨ ਉਹਨਾਂ ਦੇ ਬਿਸਤਰੇ ਤੇ ਜਾਣਾ ਮੈਨੂੰ ਇੱਕ ਮੌਤ ਦੇ ਬਰਾਬਰ ਲੱਗਦਾ ਸੀ। ਹੁਣ ਤਾਂ ਮੈਨੂੰ ਆਪਣੇ ਜਿਉਣ ਨਾਲੋਂ ਮਰਨਾ ਚੰਗਾ ਲੱਗਦਾ ਸੀ। ਬਸ ਮੈਂ ਸਿਰਫ ਆਪਣੇ ਬੱਚਿਆਂ ਕਰਕੇ ਹੀ ਇੱਕ ਦਿਨ ਮੇਰੇ ਬੱਚੇ ਸਕੂਲ ਗਏ ਹੋਏ ਸਨ ਤੇ ਘਰ ਵਿੱਚ ਮੈਂ ਤੇ ਮੇਰਾ ਸਹੁਰਾ ਹੀ ਇਕੱਲੇ ਸੀ। ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਮੇਰਾ ਸਹੁਰਾ ਮੈਨੂੰ ਆਪਣੇ ਕਮਰੇ ਵਿੱਚ ਬੁਲਾ ਰਿਹਾ ਸੀ। ਮੇਰੇ ਸਾਹਮਣੇ ਪਿਆ ਚਾਕੂ ਮੈਨੂੰ ਕਹਿ ਰਿਹਾ ਸੀ ਕਿ ਅੱਜ ਆਪਣੇ ਸਹੁਰੇ ਨੂੰ ਖਤਮ ਕਰ ਦੇ। 5 ਸਾਲਾਂ ਤੋਂ ਮੈਂ ਇਹ ਸਜ਼ਾ ਲਗਾਤਾਰ ਭੁਗਤ ਰਹੀ ਸੀ। ਹੁਣ ਤਾਂ ਮੇਰੀ ਬਰਦਾਸ਼ਤ ਦੀ ਹੱਦ ਵੀ ਖਤਮ ਹੋ ਚੁੱਕੀ ਸੀ। ਫਿਰ ਮੇਰਾ ਸਹੁਰਾ ਰਸੋਈ ਵਿੱਚ ਆਇਆ ਤੇ ਮੈਨੂੰ ਖਿੱਚ ਕੇ ਆਪਣੇ ਕਮਰੇ ਵਿੱਚ ਲੈ ਗਿਆ ਤੇ ਮੇਰੇ ਨਾਲ ਜ਼ੋਰ ਜ਼ਬਰਦਸਤੀ ਕਰਨ ਲੱਗਿਆ। ਮੈਂ ਉਸਦੇ ਅੱਗੇ ਹੱਥ ਬੰਨ੍ਹ ਕੇ ਤਰਲੇ ਪਾ ਰਹੀ ਸੀ ਤੇ ਉਸ ਤੋਂ ਗਲਤੀ ਨਾਲ ਸ਼ਾਇਦ ਉਸਨੇ ਆਪਣਾ ਕਮਰੇ ਦਾ ਦਰਵਾਜ਼ਾ ਬੰਦ ਕਰਨਾ ਹੀ ਭੁੱਲ ਗਏ ਸਨ। ਉਹ ਮੈਨੂੰ ਇਸ ਤਰ੍ਹਾਂ ਖਿੱਚ ਕੇ ਉਹਨਾਂ ਨੇ ਬੈੱਡ ਦੇ ਉੱਪਰ ਪਾ ਲਿਆ ਕਿ ਇਨਸਾਨ ਨਹੀਂ ਸੀ ਕਿ ਮੈਂ ਕੋਈ ਇਨਸਾਨ ਨਹੀਂ ਸੀ ਤੇ ਉਹ ਇਸ ਤਰ੍ਹਾਂ ਮੇਰੇ ਨਾਲ ਕਰ ਰਹੇ ਸਨ। ਅਚਾਨਕ ਜੋ ਹੋਇਆ ਉਸਨੇ ਤਾਂ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਅਚਾਨਕ ਹੀ ਮੇਰੀ ਨਨਾਣ ਆਈ ਤੇ ਉਹ ਕਮਰੇ ਦੇ ਬਾਹਰ ਖੜੀ ਇਹ ਸਭ ਕੁਝ ਦੇਖ ਰਹੀ ਸੀ। ਉਹਨਾਂ ਨੇ ਆਪਣੇ ਪਿਤਾ ਦਾ ਇਹ ਰੂਪ ਵੇਖ ਕੇ ਆਪਣੀਆਂ ਅੱਖਾਂ ਨਾਲ ਮੇਰੀ ਨਨਾਣ ਆਪਣੀਆਂ ਅੱਖਾਂ ਨਾਲ ਆਪਣੇ ਪਿਤਾ ਦੀ ਹਰਕਤ ਦੇਖ ਚੁੱਕੀ ਸੀ ਤੇ ਉਹ ਗੁੱਸੇ ਵਿੱਚ ਆਈ ਤੇ ਆਪਣੇ ਪਾਪਾ ਦੇ ਮੂੰਹ ਤੇ ਥੱਪੜ ਮਾਰਿਆ ਤੇ ਮੈਨੂੰ ਉਹਨਾਂ ਤੋਂ ਛੁਡਾ ਦਿੱਤਾ। ਜਦੋਂ ਮੇਰੇ ਪਾਪਾ ਨੇ ਜਦੋਂ ਮੇਰੇ ਸਹੁਰੇ ਨੇ ਆਪਣੀ ਧੀ ਨੂੰ ਦੇਖਿਆ ਤਾਂ ਉਹ ਹੱਕੇ ਬੱਕੇ ਰਹਿ ਗਏ। ਜਿਹੜੀ ਮੇਰੀ ਵਿਧਵਾ ਭਾਬੀ ਤੇ ਉਹਦੇ ਬੱਚਿਆਂ ਨੂੰ ਪਾਲ ਰਹੇ ਸਨ ਤਾਂ ਮੈਂ ਤਾਂ ਸੋਚਦੀ ਸੀ ਕਿ ਮੇਰੇ ਭਾਬੀ ਦੇ ਆਪਣੇ ਪਾਪਾ ਨਹੀਂ ਤਾਂ ਸ਼ਾਇਦ ਮੇਰੇ ਪਾਪਾ ਹੀ ਉਹਨਾਂ ਨੂੰ ਆਪਣੇ ਸਕੇ ਪਿਓ ਦਾ ਪਿਆਰ ਦੇ ਦੇਣਗੇ। ਪਰ ਇੱਕ ਭੁੱਖੇ ਕੁੱਤੇ ਵਰਗੇ ਮੈਨੂੰ ਇਹ ਉਮੀਦ ਨਹੀਂ ਸੀ ਕਿ ਤੁਸੀਂ ਆਪਣੀ ਧੀਆਂ ਵਰਗੀ ਨਹੁੰ ਨਾਲ ਇਹ ਸਲੂਕ ਕਰੋਗੇ। ਤੁਸੀਂ ਤਾਂ ਭਾਬੀ ਨੂੰ ਆਪਣੀ ਹਵਸ ਨੂੰ ਪੂਰਾ ਕਰਨ ਲਈ ਇਸ ਘਰ ਵਿੱਚ ਰੱਖਿਆ ਸੀ। ਜੇ ਇਹ ਸਭ ਕੁਝ ਤੁਹਾਡੀ ਧੀ ਨਾਲ ਹੁੰਦਾ ਤਾਂ ਤੁਸੀਂ ਕੀ ਕਰਦੇ। ਜਦੋਂ ਮੇਰੀ ਨਨਾਣ ਨੇ ਇਹ ਕਿਹਾ ਤਾਂ ਮੇਰਾ ਸਹੁਰਾ ਮੇਰੇ ਪੈਰਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਿਆ ਕਿ ਮੇਰੇ ਤੋਂ ਤਾਂ ਗਲਤੀ ਹੋ ਗਈ ਪਰ ਮੈਂ ਹੁਣ ਤਾਂ ਪੱਥਰ ਬਣ ਗਈ ਸੀ। ਮੇਰੇ ਸਰੀਰ ਵਿੱਚ ਤਾਂ ਜਾਨ ਨਹੀਂ ਸੀ। ਮੇਰੇ ਵਿੱਚ ਹੁਣ ਹਿੰਮਤ ਨਹੀਂ ਸੀ ਕਿ ਮੈਂ ਉਹਨਾਂ ਨੂੰ ਮਾਫ ਕਰਦੀ ਕਿਉਂਕਿ ਉਹਨਾਂ ਨੇ ਤਾਂ ਮੇਰੇ ਸਰੀਰ ਨੂੰ ਇੱਕ ਜਾਨਵਰਾਂ ਦੀ ਤਰ੍ਹਾਂ ਖਾ ਲਿਆ ਸੀ। ਫਿਰ ਮੇਰੀ ਨਨਾਣ ਕਹਿਣ ਲੱਗੀ ਕਿ ਮੈਂ ਤਾਂ ਤੁਹਾਡੇ ਤੇ ਮਾਣ ਮਹਿਸੂਸ ਕਰਦੀ ਸੀ ਪਰ ਤੁਸੀਂ ਤਾਂ ਮੇਰਾ ਵਿਸ਼ਵਾਸ ਤੋੜ ਦਿੱਤਾ। ਜੇ ਅੱਜ ਤੁਹਾਡਾ ਜਵਾਈ ਮੇਰੇ ਨਾਲ ਹੁੰਦਾ ਤਾਂ ਤੁਹਾਡੀ ਕੀ ਇੱਜ਼ਤ ਰਹਿੰਦੀ। ਸ਼ੁਕਰ ਆ ਮੈਂ ਇਕੱਲੀ ਹੀ ਆਈ ਸੀ। ਮੇਰਾ ਹੁਣ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ।
ਮੈਂ ਹੁਣ ਭਾਬੀ ਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗੀ, ਜਾਂ ਤੁਸੀਂ ਇਸ ਘਰ ਵਿੱਚੋਂ ਨਿਕਲ ਜਾਓ, ਤੁਹਾਡਾ ਇਸ ਘਰ ਤੇ ਕੋਈ ਹੱਕ ਨਹੀਂ। ਜਦੋਂ ਮੇਰੀ ਨਨਾਣ ਨੇ ਇਹ ਫੈਸਲਾ ਸੁਣਾਇਆ ਤਾਂ ਮੇਰਾ ਸਹੁਰਾ ਹੱਥ ਬੰਨ੍ਹ ਕੇ ਖੜਾ ਸੀ ਤੇ ਮੇਰੇ ਪੈਰਾਂ ਵਿੱਚ ਡਿੱਗ ਗਿਆ ਤੇ ਮੇਰੇ ਤੋਂ ਮਾਫੀ ਮੰਗ ਰਿਹਾ ਸੀ। ਹਾਂਜੀ ਦੋਸਤੋ, ਇਹ ਹੈ ਇੱਕ ਵਿਧਵਾ ਔਰਤ ਦੀ ਦੁੱਖ ਭਰੀ ਹੱਡ ਬੀਤੀ ਕਹਾਣੀ। ਤੇ ਤੁਸੀਂ ਦੱਸੋ ਆਪਣੇ ਕਮੈਂਟਾਂ ਰਾਹੀਂ ਕਿ ਜੋ ਉਸ ਵਿਧਵਾ ਬੇਵਸ ਔਰਤ ਨਾਲ ਹੋ ਰਿਹਾ ਸੀ ਉਹ ਠੀਕ ਹੋ ਰਿਹਾ ਸੀ ਜਾਂ ਗਲਤ। ਆਪਣੀ ਰਾਏ ਜ਼ਰੂਰ ਦਿਓ। ਤੁਹਾਨੂੰ ਸਾਡੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸੋ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।